ਗੁਰਬਾਣੀ ਵਿਆਕਰਨ ਕਲਾਸ ਦੇ ਸਾਰੇ ਹੀ ਗੁਰਮੁਖ ਵਿਦਿਆਰਥੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਬਲਵੰਡ ਜੀ ਅਤੇ ਭਾਈ ਸੱਤਾ ਜੀ ਦੇ ਮੁਖਾਰਬਿੰਦ ਤੋਂ ਆਖੀ ਰਾਮਕਲੀ ਕੀ ਵਾਰ ਦੀ 6ਵੀਂ ਪੌੜੀ ਦੀ ਸੰਥਿਆ ਅਤੇ ਵਿਚਾਰ ਇਸ ਪ੍ਰਕਾਰ ਹੈ। ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ। ਹਾਂਜੀ, ਇੱਥੇ ਪਹਿਲਾਂ ਵਿਸਰਾਮ ਟਿੱਕੇ ਤੇ ਹੈ, ਸੋ ਟਿੱਕਾ, ਫਿਰ ਬਹਿਣਾ ਤੇ ਵਿਸਰਾਮ ਹੈ, ਸੋ ਬਹਿਣਾ, ਇੱਥੇ ਅਰਧ ਵਿਸਰਾਮ ਆਏਗਾ, ਸੋਈ ਦੀਵਾਨ। ਪੀਊ ਦਾਦੇ ਜੇਵਿਹਾ ਪੋਤਾ ਪ੍ਰਵਾਨ। ਹਾਂਜੀ, ਇਹਨੂੰ ਪੀਊ ਬੋਲਣਾ ਹੈਗਾ, ਪੀਊ ਦਾਦੇ ਜੇਵਿਹਾ, ਵਾਵੇ ਨੂੰ ਹਲਕੀ ਜਿਹੀ ਸਿਆਰੀ ਉਚਾਰਨ ਹੋਏਗੀ। ਪੋਤਾ ਪ੍ਰਵਾਨ। ਜਿਨ ਬਾਸ਼ਕ ਨੇਤਰੈ ਕੱਤਿਆ ਕਰ ਨਹੀਂ ਤਾਣ। ਜਿਨ ਬਾਸ਼ਕ, ਇੱਥੇ ਸ਼ਸ਼ੇ ਨਾਲ ਉਚਾਰਨ ਹੋਏਗਾ, ਬਾਸ਼ਕ। ਨੇਤਰੈ ਦਾਰੇ ਨੂੰ ਦਲਾਵਾਂ ਦਾ ਉਚਾਰਨ ਹੋਏਗਾ, ਨੇਤਰੇ ਨਹੀਂ ਨੇਤਰੈ। ਜਿਨ ਬਾਸ਼ਕ ਨੇਤਰੈ ਕੱਤਿਆ, ਇਹਨੂੰ ਕੱਤਿਆ ਬੋਲਣਾ ਹੈਗਾ, ਤੇ ਇੱਥੇ ਹਲਕਾ ਜਿਹਾ ਅਰਧ ਵਿਸਰਾਮ ਆਏਗਾ, ਕੌਮਾ, ਪੌਜ਼ ਤੋਂ ਬਾਅਦ ਫਿਰ ਕਰ ਨੇਹੀ ਤਾਣ। ਜਿਨ ਸਮੁੰਦ ਵਿਰੋਲਿਆ ਕਰ ਮੇਰ ਮਧਾਨ। ਵਿਰੋਲਿਆ ਦੇ ਉੱਪਰ ਰੁਕਣਾ ਹੈਗਾ। 14 ਰਤਨ ਨਿਕਾਲੀਅਨ ਕੀਤੋਨ ਚਾਨਾਣ। ਇੱਥੇ ਨਿਕਾਲੀਅਨ ਲੈ ਲੈਨੂੰ ਸਿਆਰੀ ਨਾਲ ਹੈ, ਕੀਤੋਨ ਚਾਨਾਣ। ਕੀਤੋਨ ਇਹਨੂੰ ਬੋਲਣਾ ਹੈ, ਤੇ ਚੰਨ, ਇਹਨੂੰ ਚਾਨਣ ਦੀ ਬਜਾਏ ਚਾਨਾਣ, ਚੱਚੇ ਨੂੰ ਵੀ ਕਰਨਾ ਤੇ ਨੰਨੇ ਨੂੰ ਵੀ ਕਰਨਾ, ਇੱਥੇ ਪ੍ਰੋਨਾਉਂਸ ਹੋਏਗਾ। ਘੋੜਾ ਕੀਤੋ ਸਹਿਜ ਦਾ ਜਤ ਕੀਓ ਪਲਾਣ। ਹਾਂਜੀ, ਇੱਥੇ ਦਾ ਦੇ ਉੱਪਰ ਰੁਕਣਾ ਹੈਗਾ ਅਰਧ ਵਿਸਰਾਮ। ਘੋੜਾ ਕੀਤੋ ਸਹਿਜ ਦਾ ਜਤ ਕੀਓ ਪਲਾਣ। ਇਹਨੂੰ ਕੀਓ ਊੜੇ ਨੂੰ ਹੋੜਾ ਜਿਹੜਾ ਉਚਾਰਨ ਹੋਏਗਾ, ਕੀਓ, ਥੋੜਾ ਜਿਹਾ ਆਵਾਜ਼ ਮੁਕਾ ਕੇ, ਔਂਕੜ ਦੀ ਬਜਾਏ ਹੋੜੇ ਦੀ ਮਾਤਰਾ ਦੀ ਆਵਾਜ਼ ਡਬਲ ਹੁੰਦੀ ਹੈ। ਜਤ ਕੀਓ ਪਲਾਣ। ਤਣਖ ਚੜਾਇਓ ਸੱਤ ਦਾ ਜਸ ਹੰਦਾ ਬਾਣ। ਹਾਂਜੀ, ਇਹਨੂੰ ਤਣਖ ਬੋਲਣਾ ਹੈਗਾ ਅਣਾਣੇ ਨਾਲ। ਚੜਾਇਓ ਸੱਤ ਦਾ, ਦਾ ਦੇ ਉੱਪਰ ਹਲਕਾ ਜਿਹਾ ਰੁਕਣਾ ਹੈਗਾ। ਜਸ ਹੰਦਾ ਬਾਣ। ਕਲ ਵਿੱਚ ਤੂੰ ਅੰਧਾਰ ਸਾ ਚੜਿਆ ਰਹਿ ਭਾਣ। ਇਹਨੂੰ ਧੂੰ ਬੋਲਣਾ ਹੈਗਾ, ਨਾਸਕੀ ਉਚਾਰਨ ਬਿੰਦੀ ਵਾਲਾ। ਧੂੰ ਮੈਨੇ ਘੁੱਪ, ਕਲ ਵਿੱਚ ਤੂੰ ਅੰਧਾਰ ਸਾ, ਸਾਹ ਦੇ ਉੱਪਰ ਹਲਕਾ ਜਿਹਾ ਰੁਕਣਾ ਹੈਗਾ, ਇੱਥੇ ਅਰਧ ਵਿਸਰਾਮ ਹੈ। ਚੜਿਆ ਰਹਿ ਭਾਣ। ਰਹਿ ਤੇ ਭਾਣ ਦੇ ਵਿਚਕਾਰ ਸਪੇਸ ਹੈਗੀ ਹੈ, ਰਹਿ ਭਾਣ ਇਕੱਠਾ ਨਹੀਂ ਬੋਲਣਾ। ਰਹਿ ਮੈਨੇ ਕਿਰਣਾ, ਭਾਣ ਮੈਨੇ ਸੂਰਜ, ਇੱਥੇ ਨਾਣੇ ਨਾਲ ਭਾਣ। ਇਹ ਦੋ ਅਲੱਗ-ਅਲੱਗ ਸ਼ਬਦ ਹਨ। ਸੱਤੋਂ ਖੇਤ ਜਮਾਇਓ ਸੱਤੋਂ ਛਾਵਾਨ। ਇਹਨੂੰ ਸੱਤੋਂ ਨਾਸਕੀ ਉਚਾਰਨ ਹੋਏਗਾ, ਸੱਤ ਤੋਂ, ਸੱਤੋਂ। ਖੇਤ ਜਮਾਇਓ, ਊੜੇ ਨੂੰ ਹੋੜਾ ਉਚਾਰਨ ਹੋਏਗਾ, ਜਮਾਇਓ, ਤੇ ਇੱਥੇ ਪੌਜ਼ ਦੇਣਾ ਹੈਗਾ, ਰੁਕਣਾ ਹਲਕਾ ਜਿਹਾ। ਸੱਤੋਂ ਛਾਵਾਨ, ਸੱਤੋਂ ਉਚਾਰਨ ਫਿਰ ਹੋਏਗਾ ਬਿੰਦੀ ਨਾਲ ਨਾਸਕੀ ਉਚਾਰਨ, ਤੇ ਛੱਛੇ ਨੂੰ ਕੰਨਾ, ਵਾਵੇ ਨੂੰ ਕੰਨਾ ਉਚਾਰਨ ਹੋਏਗਾ, ਛਾਵਾਨ। ਨਿੱਤ ਰਸੋਈ ਤੇਰੀ ਹੈ ਘਿਓ ਮੈਦਾ ਖਾਣ। ਹਾਂਜੀ, ਇੱਥੇ ਨਿੱਤ ਰਸੋਈ ਤੇਰੀਏ ਦੀ ਬਜਾਏ ਤੇਰੀ ਹੈ, ਐੜੇ ਨੂੰ ਦਲਾਵਾਂ ਤੇ ਇੱਥੇ ਵਿਸਰਾਮ ਆਏਗਾ, ਤੇਰੀ ਹੈ। ਉਸ ਤੋਂ ਬਾਅਦ ਥੋੜਾ ਰੁਕਣਾ ਹੈਗਾ। ਘਿਓ ਮੈਦਾ ਖਾਣ। ਖਾਣ ਜਿਹੜਾ ਖੱਖੇ ਨੂੰ ਜਿਹੜਾ ਕਰਨਾ ਉਹਨੂੰ ਬਿੰਦੀ ਨਾਲ ਉਚਾਰਨ ਹੋਏਗਾ, ਖਾਣ ਮੈਨੇ ਖੰਡ। ਇੱਥੇ ਖੰਡ ਦੇ ਨਾਲ ਮਤਲਬ ਹੈ ਖਾਣ ਦਾ, ਖਾਣ। ਚਾਰੇ ਕੁੰਡਾ ਸੁਝਿਓਸ ਮਨ ਮੈਂ ਸ਼ਬਦ ਪ੍ਰਵਾਨ। ਹਾਂਜੀ, ਚਾਰੇ ਕੁੰਡਾਂ ਨਾਸਕੀ ਉਚਾਰਨ ਹੈਗਾ, ਇੱਥੇ ਬਿੰਦੀ ਲੱਗੀ ਹੋਈ ਹੈ। ਸੁਝਿਓਸ, ਸੁਝਿਅਸ ਨਹੀਂ ਬੋਲਣਾ, ਸੁਝਿਓਸ ਬੋਲਣਾ ਹੈ। ਊੜੇ ਨੂੰ ਹੋੜੇ ਦਾ ਉਚਾਰਨ ਹੋਏਗਾ, ਓਸ, ਥੋੜੀ ਜਿਹੀ ਆਵਾਜ਼ ਲਮਕਾ ਕੇ, ਔਂਕੜ ਨਾਲ ਡਬਲ ਆਵਾਜ਼ ਹੋੜੇ ਦੀ ਹੁੰਦੀ ਹੈ। ਸੁਝਿਓਸ, ਇੱਥੇ ਰੁਕਣਾ ਹੈਗਾ। ਮਨ ਮੈਂ ਸ਼ਬਦ ਪ੍ਰਵਾਨ। ਆਵਾਗੌਣ ਨਿਵਾਰਿਓ ਕਰ ਨਦਰ ਨਿਸ਼ਾਨ। ਆਵਾਗਮਨ ਨਹੀਂ ਕਹਿਣਾ, ਇਹਨੂੰ ਆਵਾਗੌਣ ਬੋਲਣਾ ਹੈ। ਇੱਥੇ ਊੜੇ ਨੂੰ ਔਂਕੜ ਹੈ, ਆਵਾਗੌਣ ਨਿਵਾਰਿਓ, ਨਿਵਾਰਿਓ, ਫਿਰ ਊੜੇ ਦਾ ਹੋੜਾ, ਆਵਾਜ਼ ਥੋੜੀ ਜਿਹੀ ਲਮਕੇਗੀ ਔਂਕੜ ਨਾਲੋਂ, ਤੇ ਨਿਵਾਰਿਓ ਤੇ ਹਲਕਾ ਜਿਹਾ ਰੁਕਣਾ ਹੈਗਾ। ਕਰ ਨਦਰ ਨਿਸ਼ਾਨ, ਇੱਥੇ ਸ਼ਸ਼ੇ ਨਾਲ ਉਚਾਰਨ ਹੋਏਗਾ, ਨਿਸ਼ਾਨ। ਔਤਰਿਆ ਅਵਤਾਰ ਲੈ, ਇਹਨੂੰ ਔਤਰਿਆ ਨਹੀਂ ਬੋਲਣਾ, ਬਿੰਦੀ ਨਹੀਂ ਲਗਾਣੀ, ਬਿਨਾਂ ਬਿੰਦੀ ਤੋਂ ਔਤਰਿਆ ਅਵਤਾਰ ਲੈ, ਲੈ ਤੋਂ ਬਾਅਦ ਹਲਕਾ ਜਿਹਾ ਰੁਕਣਾ ਹੈਗਾ। ਸੋ ਪੁਰਖ ਸੁਜਾਨ। ਝੱਖੜ ਵਾਓ ਨਾ ਡੋਲਈ ਪਰਬਤ ਨਿਰਾਣ। ਹਾਂਜੀ, ਇਹਨੂੰ ਝੱਖੜ ਵਾਓ ਨਾ
ਡੋਲਈ ਪੜਨਾ ਹੈ, ਡੋਲਈ, ਡੋਲੀ ਨਹੀਂ ਪੜਨਾ, ਡੋਲਈ। ਲੱਲਾ ਮੁਕਤਾ ਹੈਗਾ, ਈੜੀ ਨੂੰ ਪਿਆਰੀ, ਡੋਲਈ। ਝੱਖੜ ਵਾਉ ਨਾ ਡੋਲਈ, ਇੱਥੇ ਫਿਰ ਰੁਕਣਾ ਹਲਕਾ ਜਿਹਾ, ਅਰਧ ਵਿਸਰਾਮ ਹੈ। ਪਰਬਤ ਨਿਰਾਣ, ਜਾਣੈ ਬਿਰਥਾ ਜੀ ਕੀ, ਜਾਣੀ ਹੂੰ ਜਾਣ। ਇੱਥੇ ਜੀ ਪਾਠ ਜੱਜੇ ਦੀ ਪਿਆਰੀ ਲਮਕੇ ਆਵਾਜ਼ ਹੋਏਗੀ ਤੇ ਜੀ ਪਾਠ ਹੋਏਗਾ ਜੀ ਕੀ। ਇਹਨੂੰ ਜੀਆ ਨਹੀਂ ਪੜਨਾ ਜਾਂ ਜੀਆ ਨਹੀਂ ਪੜਨਾ, ਜੀ ਕੀ। ਜੱਜੇ ਦੀ ਪਿਆਰੀ ਦੀ ਆਵਾਜ਼ ਲਮਕ ਜਾਏਗੀ। ਜਦੋਂ ਆਖਰੀ ਅੱਖਰ ਐੜਾ ਮੁਕਤਾ ਹੋਵੇ ਤੇ ਉਸ ਤੋਂ ਪਹਿਲੀ ਲੱਗ ਦੀ ਆਵਾਜ਼ ਲਮਕ ਜਾਂਦੀ ਹੈ। ਇੱਥੇ ਐੜਾ ਅੱਖਰ ਮੁਕਤਾ ਆਖਰੀ, ਉਸ ਤੋਂ ਪਹਿਲੀ ਲੱਗ ਹੈਗੀ ਬਿਹਾਰੀ, ਬਿਹਾਰੀ ਦੀ ਆਵਾਜ਼ ਲਮਕ ਜਾਏਗੀ। ਜਾਣੈ ਬਿਰਥਾ ਜੀ ਕੀ, ਕੀ ਤੋਂ ਬਾਅਦ ਹਲਕਾ ਜਿਹਾ ਰੁਕਣਾ ਹੈਗਾ। ਜਾਣੀ ਹੂੰ ਜਾਣ, ਹੂੰ ਜਿਹੜਾ ਨਾਸਕੀ ਉਚਾਰਨ ਹੋਏਗਾ ਬਿੰਦੀ ਨਾਲ, ਜਾਣੀ ਹੂੰ ਜਾਣ। ਕਿਆ ਸਲਾਹੀ ਸੱਚੇ ਪਾਤਸ਼ਾਹ, ਜਾਂ ਤੂੰ ਸੁਗੜ ਸੁਜਾਨ। ਕਿਆ ਸਲਾਹੀ, ਸਲਾਹੀ ਦੇ ਉੱਤੇ ਬਿੰਦੀ ਲੱਗੇਗੀ ਹਾਹੇ ਦੀ ਪਿਆਰੀ ਨਾਲ, ਨਾਸਕੀ ਉਚਾਰਨ ਹੋਏਗਾ ਵੀ ਕੀ ਸਲਾਹ, ਸਿਰਫ ਸਲਾਹ ਕਰਾਂ, ਕੀ ਸਲਾਹਾਂ। ਕਿਆ ਸਲਾਹੀ, ਇਹਨੂੰ ਸਲਾਹੀ ਨਹੀਂ ਬੋਲਣਾ, ਸੱਸੇ ਨੂੰ ਵੀ ਕੰਨਾ ਬੋਲਿਆ ਜਾਏਗਾ। ਕਿਆ ਸਲਾਹੀ ਸੱਚੇ ਪਾਤਸ਼ਾਹ, ਇਹਨੂੰ ਪਾਤਸ਼ਾਹ ਉਚਾਰਨ ਕਰਨਾ ਸ਼ੀਸ਼ੇ ਨਾਲ। ਤੇ ਇੱਥੇ ਹਲਕਾ ਜਿਹਾ ਰੁਕਣਾ ਹੈਗਾ। ਜਾਂ ਤੂੰ ਸੁਗੜ ਸੁਜਾਨ, ਜਾਂ ਤੂੰ ਦਾ ਨਾਸਕੀ ਉਚਾਰਨ ਹੋਏਗਾ ਬਿੰਦੀ ਨਾਲ, ਤੂੰ ਸੁਗੜ ਸੁਜਾਨ। ਇਹਨੂੰ ਸੁਘੜ ਨਹੀਂ ਬੋਲਣਾ, ਸੁਗੜ ਬੋਲਣਾ, ਅਸਲ 'ਚ ਇਹਦਾ ਸ਼ੁੱਧ ਉਚਾਰਨ ਸੁਗੜ ਹੀ ਰਹੇਗਾ। ਜਾਂ ਤੂੰ ਸੁਗੜ ਸੁਜਾਨ, ਦਾਨ ਜੇ ਸਤਿਗੁਰ ਭਾਵਸੀ, ਸੋ ਸੱਤੇ ਦਾਨ। ਭਾਵਸੀ ਤੇ ਇੱਥੇ ਵਿਸਰਾਮ ਦੇਣਾ ਹੈਗਾ। ਦਾਨ ਜੇ, ਜੱਜੇ ਨੂੰ ਸਿਆਰੀ ਨਾਲ ਬੋਲਣਾ, ਜੇ ਨਹੀਂ ਬੋਲਣਾ ਨੂੰ, ਜੇ ਜੱਜੇ ਨੂੰ ਸਿਆਰੀ। ਦਾਨ ਜੇ ਸਤਿਗੁਰ ਭਾਵਸੀ, ਸੋ ਸੱਤੇ ਦਾਨ। ਨਾਨਕ, ਇੱਥੇ ਦਾਨ ਬੋਲਣਾ, ਦਾਨ ਨਹੀਂ ਬੋਲਣਾ ਹੈਗਾ, ਦਾਨ। ਨਾਨਕ ਹੰਦਾ ਛਤਰ ਸਿਰ, ਉਮਤ ਹੈਰਾਨ। ਹਾਂਜੀ, ਨਾਨਕ ਹੰਦਾ ਛਤਰ ਸਿਰ, ਨਾਨਕ ਹੰਦਾ ਇਕੱਠਾ ਬੋਲਣਾ। ਨਾਨਕ, ਹੇ ਨਾਨਕ ਵਾਲੇ ਇੱਥੇ ਸੰਬੋਧਨ ਨਹੀਂ ਹੈ। ਹੰਦਾ ਦਾ ਅਰਥ ਹੁੰਦਾ ਦਾ ਸੰਬੰਧਕ ਆ ਗਿਆ। ਨਾਨਕ ਹੰਦਾ ਛਤਰ ਬਣੇ, ਨਾਨਕ ਦਾ ਛਤਰ। ਸੰਬੰਧਕ ਹੋਣ ਕਰਕੇ ਨਾਨਕ ਦਾ ਦੇ ਨਾਲ ਹੀ ਉਚਾਰਨ ਹੋਏਗਾ। ਨਾਨਕ ਹੰਦਾ ਛਤਰ ਸਿਰ, ਸਿਰ ਤੇ ਵਿਸਰਾਮ ਦੇਣਾ ਹੈ। ਉਮਤ ਹੈਰਾਨ, ਇਹਨੂੰ ਉਮਤ ਨਹੀਂ ਬੋਲਣਾ, ਉਮਤ, ਉਮਤ ਮੈਨੇ ਸੰਗਤ। ਊੜੇ ਉੱਤੇ ਅੱਧਕ ਦਾ ਉਚਾਰਨ ਹੋਏਗਾ। ਹੈਰਾਨ, ਹਾਹੇ ਨੂੰ ਦਲਾਵਾਂ ਦੇ ਨਾਲ, ਹੈਰਾਨ। ਸੋ ਟਿੱਕਾ, ਸੋ ਬਹਿਣਾ, ਸੋਈ ਦੀ ਬਾਣ, ਪਿਉ ਦਾਦੇ ਜੀਵਹਾ, ਪੁੱਤਰਾ ਪ੍ਰਵਾਨ। ਫਿਰ ਉਹੀ ਤੁਕਾਂ ਆ ਗਈਆਂ ਦੁਬਾਰਾ। ਸੋ ਟਿੱਕਾ, ਇੱਥੇ ਰੁਕਣਾ ਹੈਗਾ। ਸੋ ਬਹਿਣਾ, ਬਹਿਣਾ ਤੋਂ ਬਾਅਦ ਫਿਰ ਰੁਕਣਾ ਹੈ। ਸੋਈ ਦੀਵਾਨ, ਦੀਵਾਨ, ਸੋਈ ਦੀਵਾਨ। ਤੇ ਜਿਹੜਾ ਟਿੱਕਾ ਲਫ਼ਜ਼ ਨੂੰ ਟਿਕਾ ਨਹੀਂ ਬੋਲਣਾ, ਟਿੱਕਾ ਅੱਧਕ ਦੇ ਨਾਲ ਇਹਦਾ ਉਚਾਰਨ ਹੋਏਗਾ। ਪਿਉ ਦਾਦੇ ਜੇ ਵਿਹਾ, ਇੱਥੇ ਫਿਰ ਜੇ ਵਿਹਾ ਵਾਵੇ ਦੀ ਸਿਆਰੀ ਹਲਕੀ ਜਿਹੀ ਉਚਾਰਨ ਹੋਏਗੀ। ਪਿਉ ਦਾਦੇ ਜੇ ਵਿਹਾ, ਇੱਥੇ ਰੁਕ ਕੇ ਪੌਸ ਦੇ ਕੇ। ਪੋਤਰਾ ਪ੍ਰਮਾਣ, ਹੁਣ ਦੇਖੋ ਇੱਥੇ ਪੋਤਾ ਨਹੀਂ ਆਇਆ। ਪਹਿਲੀ ਤੁਕ ਦੇ ਵਿੱਚ, ਦੂਜੀ ਤੁਕ 'ਚ ਪੋਤਾ ਸੀ, ਹੁਣ ਆਖਰੀ ਤੁਕ 'ਚ ਪੋਤਰਾ, ਰਾਰਾ ਪੈਰ 'ਚ ਆ ਗਿਆ। ਤੇ ਇਹਦਾ ਧਿਆਨ ਰੱਖਣਾ, ਇੱਕ ਥਾਂ ਪੋਤਾ ਹੈਗਾ, ਦੂਜੀ ਥਾਂ ਪੋਤਰਾ ਹੈਗਾ ਇਸ 6ਵੀਂ ਪੌੜੀ ਵਿੱਚ। ਪਿਉ ਦਾਦੇ ਜੇ ਵਿਹਾ, ਪੋਤਰਾ ਪ੍ਰਮਾਣ। ਇਹਦੀ ਥੋੜੀ ਜਿਹੀ ਆਪਾਂ ਵਿਚਾਰ ਵੀ ਕਰ ਲਈ ਜੀ। ਸੋ ਟਿੱਕਾ, ਟਿੱਕਾ ਮੈਨੇ ਮੱਥੇ ਦਾ ਨੂਰ, ਮੱਥੇ ਦਾ ਤੇਜ। ਸੋ ਬਹਿਣਾ, ਬਹਿਣਾ ਮੈਨੇ ਤਖਤ, ਜਿਹੜਾ ਤਖਤ ਹੈ ਜਿਹਦੇ ਉੱਪਰ ਸਤਿਗੁਰੂ ਬਿਰਾਜਮਾਨ ਹੁੰਦੇ ਨੇ। ਸੋਈ ਦੀਵਾਨ, ਦੀਵਾਨ ਮੈਨੇ ਦਰਬਾਰ, ਜਿਹੜਾ ਗੁਰੂ ਕਾ ਦਰਬਾਰ ਹੈ। ਤੇ ਇਹਦੇ ਵਿੱਚ ਭਾਈ ਸੱਤਾ ਜੀ ਗੁਰੂ ਅਮਰਦਾਸ ਸਾਹਿਬ ਜੀ ਦੀ ਸਿਫਤ ਗਾ ਰਹੇ ਨੇ। ਇਹ ਸਤਿਗੁਰੂ ਪਾਤਸ਼ਾਹ, ਹੇ ਗੁਰੂ ਅਮਰਦਾਸ ਸਾਹਿਬ ਜੀਓ, ਤੁਹਾਡੇ ਮੱਥੇ ਤੇ ਉਹੀ ਟਿੱਕਾ ਮੈਨੇ, ਉਹੀ ਨੂਰ ਹੈ, ਉਹੀ ਤੇਜ, ਉਹੀ ਪ੍ਰਕਾਸ਼ ਹੈ। ਸੋ ਬਹਿਣਾ, ਤੁਹਾਡਾ ਤਖਤ ਵੀ ਉਹੀ ਹੈ। ਸੋਈ ਦੀਵਾਨ, ਦਰਬਾਰ ਵੀ ਤੁਹਾਡਾ ਉਹੀ ਹੈ। ਕਿਹੜਾ ਦਰਬਾਰ? ਜਿਹੜਾ ਕਦੀ ਦਾਦੇ ਦਾ ਹੁੰਦਾ ਸੀ, ਜਿਹੜਾ ਬਾਅਦ ਚੋਂ ਕਦੀ ਪਿਓ ਦਾ ਹੋਇਆ, ਅੱਜ ਉਹ ਪੋਤਰੇ ਦਾ ਹੋਇਆ, ਦਾਦੇ ਦੇ ਪੋਤਰੇ ਦਾ ਹੈ। ਕਿਹੜਾ ਦੀਵਾਨ, ਕਿਹੜਾ ਤਖਤ? ਉਹੀ ਟਿੱਕਾ, ਉਹੀ ਬਹਿਣਾ, ਉਹੀ ਦੀਵਾਨ ਹੈ, ਉਹੀ ਮੱਥੇ ਦਾ ਨੂਰ ਹੈ, ਉਹੀ ਤਖਤ ਹੈ, ਉਹੀ ਦਰਬਾਰ ਹੈ। ਕਿਹੜਾ? ਪਿਓ ਦਾਦੇ ਜੇ ਵਿਹਾ, ਪੋਤਾ ਪ੍ਰਵਾਨ। ਜਿਵੇਂ ਦਾਦੇ ਦਾ ਸੀ ਗੁਰੂ ਨਾਨਕ ਸਾਹਿਬ ਜੀ ਦਾ ਤੇਜ ਸੀ ਮੱਥੇ ਦਾ, ਜਿਵੇਂ ਦਾਦੇ ਗੁਰੂ ਨਾਨਕ ਸਾਹਿਬ ਜੀ ਦਾ ਤਖਤ ਸੀ ਬਹਿਣ ਦਾ, ਜਿਵੇਂ ਦਾਦੇ ਗੁਰੂ ਨਾਨਕ ਸਾਹਿਬ ਦਾ ਦਰਬਾਰ ਸੀਗਾ ਸਜਿਆ ਹੋਇਆ, ਉਸੇ ਤਰ੍ਹਾਂ ਹੀ ਜਿਵੇਂ ਪਿਤਾ ਦਾ ਦਰਬਾਰ ਸੀ, ਪਿਤਾ ਮੈਨੇ ਗੁਰੂ ਅੰਗਦ ਦੇਵ ਪਾਤਸ਼ਾਹ ਦਾ ਚਿਹਰੇ ਦਾ ਤੇਜ, ਉਹੀ
ਤਖਤ ਸਿੰਘਾਸਨ ਗੁਰੂ ਅੰਗਦ ਦੇ ਪਾਤਸ਼ਾਹ ਪਿਤਾ ਦਾ, ਉਹੀ ਪਿਤਾ ਗੁਰੂ ਅੰਗਦ ਦੇ ਪਾਤਸ਼ਾਹ ਜੀ ਦਾ ਦਰਬਾਰ ਅੱਜ ਉਹੀ ਤੁਹਾਡਾ ਹੈ। ਭਾਵ ਫਰਕ ਨਹੀਂ ਹੈ ਕੋਈ, ਹੁਣ ਪੋਤਾ ਪ੍ਰਵਾਨ ਹੋ ਗਿਆ। ਭਾਵ ਹੁਣ ਜਿਹੜਾ ਪੋਤਾ ਹੈ, ਭਾਵ ਗੁਰੂ ਅਮਰਦਾਸ ਪਾਤਸ਼ਾਹ, ਤੁਸੀਂ ਪ੍ਰਵਾਨ ਹੋ ਗਏ, ਮੈਨੇ ਮੰਨਣ ਜੋ ਕਬੂਲ ਹੋ ਗਏ ਤੁਸੀਂ। ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ, ਪਿਓ ਦਾਦੇ ਜੇ ਵਿਹਾ ਪੋਤਾ ਪ੍ਰਵਾਨ। ਇਹਦਾ ਮਤਲਬ ਗੁਰੂ ਨਾਨਕ ਦੀ ਅੰਸ਼ ਵੰਸ਼ ਜਿਹੜੀ ਹੈ ਨਾ, ਉਹ 10 ਗੁਰੂ ਸਾਹਿਬਾਨ ਤੇ ਪੂਰਾ ਸਿੱਖ ਜਗਤ ਹੈ। ਬਸ ਇਸ ਗੱਲ ਦਾ ਧਿਆਨ ਰੱਖਿਓ, ਜੇ ਕਿਸੇ ਨੇ ਗੁਰੂ ਨਾਨਕ ਦੇ ਪੁੱਤਰ ਦੇ ਦਰਸ਼ਨ ਕਰਨੇ ਨੇ ਤੇ ਗੁਰੂ ਨਾਨਕ ਦਾ ਅਸਲੀ ਪੁੱਤਰ ਗੁਰੂ ਅੰਗਦ ਦੇਵ ਪਾਤਸ਼ਾਹ ਨੇ, ਗੁਰੂ ਨਾਨਕ ਦਾ ਅਸਲੀ ਪੁੱਤਰ ਗੁਰੂ ਅਮਰਦਾਸ ਸਾਹਿਬ ਜੀ ਨੇ। ਇਸੇ ਤਰ੍ਹਾਂ ਚਲਦਿਆਂ ਗੁਰੂ ਨਾਨਕ ਦੀ ਅੰਸ਼ ਜਿਹੜੀ ਹੈ ਉਹ 10 ਗੁਰੂ ਸਾਹਿਬਾਨ ਨੇ, ਤੇ ਗੁਰੂ ਗੋਬਿੰਦ ਸਿੰਘ ਤੋਂ ਬਾਅਦ ਸਾਰੀ ਅੰਸ਼ ਜਿਹੜੀ ਗੁਰੂ ਦੀ ਹੈ ਉਹ ਪੂਰਾ ਸਿੱਖ ਜਗਤ ਹੈ। ਅਸੀਂ ਸਾਰੇ ਉਸ ਸਤਿਗੁਰੂ ਜੀ ਦੀ ਔਲਾਦ ਹਾਂ, ਧੀਆਂ ਪੁੱਤਰ ਹਾਂ, ਬੱਚੇ ਹਾਂ। ਗੁਰੂ ਨਾਨਕ ਦੇ ਘਰ ਨੇ ਉਸ ਪਰਿਵਾਰ ਨੂੰ ਪ੍ਰਵਾਨ ਕੀਤਾ ਜਿਹੜਾ ਹੁਕਮ ਮੰਨ ਕੇ ਪ੍ਰਵਾਨ ਹੋਇਆ, ਜਿਹੜਾ ਹੁਕਮ ਮੰਨਣ ਵਾਲਾ ਹੈ, ਗੁਰੂ ਦੇ ਹੁਕਮਾਂ 'ਚ ਚੱਲਣ ਵਾਲਾ ਹੈ। ਇੱਥੇ ਬਾਹਰੀ ਕੁਲਾਂ ਦੀ ਗੱਲ ਨਹੀਂ ਹੈ, ਬਾਹਰੀ ਖਾਨਦਾਨ, ਬਾਹਰੀ ਜਿਹੜੇ ਬਿੰਦੀ ਪੁੱਤਰ ਨੇ ਉਹਨਾਂ ਦੀ ਗੱਲ ਨਹੀਂ ਹੈ ਕਿ ਇਹਦਾ ਖੂਨ ਸੀ ਦੇ ਵਿੱਚ ਇਸ ਕਰਕੇ ਪੁੱਤਰ ਨਹੀਂ। ਧਰਮ ਦੀ ਦੁਨੀਆ ਵਿੱਚ ਗੁਰੂ ਨਾਨਕ ਦਾ ਪੁੱਤਰ ਜਿਹੜੇ ਪ੍ਰਵਾਨ ਹੈ ਕੋਈ, ਉਹ ਗੁਰੂ ਅੰਗਦ ਦੇਵ ਪਾਤਸ਼ਾਹ ਨੇ। ਧਰਮ ਦੀ ਦੁਨੀਆ 'ਚ ਜੇ ਗੁਰੂ ਅੰਗਦ ਦੇਵ ਪਾਤਸ਼ਾਹ ਦਾ ਪੁੱਤਰ ਪ੍ਰਵਾਨ ਹੈ ਤੇ ਉਹ ਗੁਰੂ ਅਮਰਦਾਸ ਸਾਹਿਬ ਨੇ, ਤੇ ਜੇ ਦਾਦੇ ਦਾ ਪੋਤਰਾ ਪ੍ਰਵਾਨ ਹੈ ਤੇ ਗੁਰੂ ਨਾਨਕ ਦਾਦੇ ਦਾ ਪੋਤਰਾ ਗੁਰੂ ਅਮਰਦਾਸ ਸਾਹਿਬ ਪ੍ਰਵਾਨ ਨੇ। ਬਸ ਧਰਮ ਦੀ ਦੁਨੀਆ 'ਚ ਗੁਰੂ ਨਾਨਕ ਦਾ ਪਰਿਵਾਰ 10 ਗੁਰੂ ਤੇ ਪੂਰਾ ਸਿੱਖ ਜਗਤ ਹੈ। ਹੋਰ ਕਿਸੇ ਵਿਅਕਤੀ ਵਿਸ਼ੇਸ਼ ਨੂੰ ਗੁਰੂ ਦੇ ਪੁੱਤਰ ਹੋਣ ਦਾ ਧਰਮ ਦੀ ਦੁਨੀਆ 'ਚ ਮਾਣ ਨਹੀਂ, ਧਰਮ ਦੀ ਦੁਨੀਆ 'ਚ ਮਾਣ ਜਿਹੜਾ ਉਹ ਪੂਰੇ ਸਿੱਖ ਜਗਤ ਨੂੰ ਹੈ। ਹਾਂ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਚਾਰੇ ਸਾਹਿਬਜ਼ਾਦਿਆਂ ਨੇ ਜਿਹੜੇ ਪਿਛਲੇ ਗੁਰੂ ਪੁੱਤਰ ਸਨ, ਕੁਝ ਕੁ ਜਿਨ੍ਹਾਂ ਨੇ ਗੁਰੂ ਦਾ ਹੁਕਮ ਨਹੀਂ ਸੀ ਮੰਨਿਆ, ਸਤਿਗੁਰੂ ਕਲਗੀਧਰ ਪਾਤਸ਼ਾਹ ਦੇ ਚਾਰੇ ਸਾਹਿਬਜ਼ਾਦਿਆਂ ਨੇ ਸ਼ਹਾਦਤਾਂ ਦੇ ਕੇ ਪਿਛਲੇ ਗੁਰੂ ਪੁੱਤਰਾਂ ਦੇ ਸਾਰੇ ਧੋਣੇ ਧੋ ਕੇ ਰੱਖ ਦਿੱਤੇ ਸਨ। ਪਰ ਫਿਰ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕਿਹਾ ਸੀ, ਖਾਲਸਾ ਮੇਰਾ ਪੁੱਤਰ ਹੈ, ਇਹ ਮੇਰਾ ਨਾਦੀ ਪੁੱਤਰ ਹੈ। ਬਿੰਦੀ ਪੁੱਤਰ ਮੇਰੇ ਸਾਹਿਬਜ਼ਾਦੇ ਨੇ, ਉਹ ਸ਼ਹੀਦ ਹੋ ਗਏ ਨੇ, ਪਰ ਗੁਨਾਹ ਕਰਕੇ ਹਮੇਸ਼ਾ ਹੀ ਅਮਰ ਨੇ, ਉਹਨਾਂ ਨੂੰ ਕੋਈ ਦੁਨੀਆ ਦੀ ਤਾਕਤ ਨਹੀਂ ਮਾਰ ਸਕਦੀ। ਪਰ ਮੇਰਾ ਜਿਹੜਾ ਨਾਦੀ ਪੁੱਤਰ ਹੈ, ਹਮੇਸ਼ਾ ਰਹਿਣ ਵਾਲਾ, ਉਹ ਮੇਰਾ ਖਾਲਸਾ ਹੈ, ਮੇਰਾ ਸਿੱਖ ਹੈ। ਅਸੀਂ ਗੁਰੂ ਨਾਨਕ ਦੇ ਪਰਿਵਾਰ ਵਿੱਚੋਂ ਹਾਂ, ਅਸੀਂ ਗੁਰੂ ਨਾਨਕ ਦੀ ਕੁੱਲ ਵਿੱਚੋਂ, ਗੁਰੂ ਨਾਨਕ ਦੇ ਖਾਨਦਾਨ ਵਿੱਚੋਂ ਸਾਨੂੰ ਮਾਣ ਮਹਿਸੂਸ ਹੋਣਾ ਚਾਹੀਦਾ ਹੈ ਕਿ ਸਾਡੇ ਖਾਨਦਾਨ, ਸਾਡੇ ਕੁੱਲ ਦਾ ਜਿਹੜਾ ਵੱਡਾ ਵਡੇਰਾ ਹੈ ਉਹ ਗੁਰੂ ਨਾਨਕ ਪਾਤਸ਼ਾਹ ਨੇ। ਗੁਰੂ ਨਾਨਕ ਦੀ ਕੁੱਲ ਦੇ ਵਿੱਚ ਜਿੱਥੇ ਦਾਦਾ ਗੁਰੂ ਨਾਨਕ ਸਾਹਿਬ ਨੇ, ਉੱਥੇ ਪਿਤਾ ਗੁਰੂ ਅੰਗਦ ਦੇਵ ਪਾਤਸ਼ਾਹ, ਉੱਥੇ ਪੋਤਰਾ ਹੁਣ ਗੁਰੂ ਅਮਰਦਾਸ ਪਾਤਸ਼ਾਹ ਵੀ ਪ੍ਰਵਾਨ ਚੜ ਗਏ। ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ, ਪਿਓ ਦਾਦੇ ਜੇ ਬਿਹਾ ਪੋਤਾ ਪ੍ਰਵਾਨ। ਇੱਥੇ ਪੋਤਾ ਮੈਨੇ ਗੁਰੂ ਅਮਰਦਾਸ ਪਾਤਸ਼ਾਹ ਪੋਤਰੇ, ਉਹ ਪ੍ਰਵਾਨ ਹੋ ਗਏ, ਕਬੂਲ ਹੋ ਗਏ, ਮੰਨਣਯੋਗ ਹੋ ਗਏ। ਜਿਨ ਬਾਸ਼ਕ ਨੇਤਰੈ ਕੱਤਿਆ ਕਰਨੀ ਹੀ ਤਾਣ। ਜਿਸ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਨੇਹੀ ਨੂੰ ਤਾਣ ਬਣਾਇਆ, ਨੇਹੀ ਦੀ ਥਾਂ ਤੇ ਤਾਣ, ਤਾਣ ਜਿਹੜਾ ਉਹ ਨੇਹੀ ਮੈਨੇ ਮਟਕਾ ਜਿਹਦੇ ਵਿੱਚ ਦਹੀਂ ਪਾ ਕੇ ਰਿੜਕਿਆ ਜਾਂਦਾ ਹੈ। ਗੁਰੂ ਸਾਹਿਬ ਨੇ ਆਤਮਿਕ ਜਿਹੜਾ ਬਲ ਹੈ, ਤਾਣ ਹੈ, ਉਹਨੂੰ ਨੇਹੀ ਬਣਾ ਲਿਆ, ਉਹਨੂੰ ਮਟਕਾ ਬਣਾ ਲਿਆ, ਤੇ ਉਹਦੇ ਵਿੱਚ ਫਿਰ ਸ਼ਬਦ ਰੂਪੀ ਸਮੁੰਦਰ ਪਾ ਲਿਆ। ਜਿਵੇਂ ਪੁਰਾਣਕ ਕਹਾਣੀ ਜਿਹੜੀ ਮੰਨੀ ਜਾਂਦੀ ਹੈ ਕਿ ਦੇਵਤਿਆਂ ਦੈਂਤਾਂ ਨੇ ਮਿਲ ਕੇ ਸਮੁੰਦਰ ਦੇ ਵਿੱਚ ਪਰਬਤ ਦਾ ਮਧਾਣਾ ਪਾ ਕੇ ਸ਼ੇਸ਼ਨਾਗ ਦੇ ਰੱਸੇ ਦੇ ਨਾਲ ਉਹਨੂੰ ਰਿੜਕਿਆ, ਦੇ ਵਿੱਚੋਂ 14 ਰਤਨ ਨਿਕਲੇ। ਪਰ ਭਾਈ ਸੱਤਾ ਜੀ ਆਖਦੇ ਨੇ ਕਿ ਉਹਨਾਂ ਕਹਾਣੀਆਂ ਨੂੰ ਛੱਡੋ, ਸਿੱਖੋ। ਆ ਦੇਖੋ, ਗੁਰੂ ਨੇ ਤੁਹਾਡੇ ਸਾਹਮਣੇ ਏਡਾ ਵੱਡਾ ਸ਼ਬਦ ਨੂੰ ਰਿੜਕਿਆ ਔਰ ਇੰਨਾ ਖਜ਼ਾਨਾ ਕੱਢਿਆ, ਤੁਹਾਨੂੰ ਇਹ ਖਜ਼ਾਨਾ ਨਜ਼ਰ ਆਉਣਾ ਚਾਹੀਦਾ ਹੈ। ਅਸਲ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਉਹਨਾਂ ਨੇ ਆਤਮਿਕ ਬਲ ਰੂਪੀ ਮਟਕੇ ਦੇ ਵਿੱਚ ਕਰ ਨੇਹੀ ਤਾਣ, ਨੇਹੀ ਮੈਨੇ ਮਟਕਾ, ਤਾਣ ਮੈਨੇ ਆਤਮਿਕ ਬਲ ਰੂਪੀ ਮਟਕਾ, ਉਹਦੇ ਵਿੱਚ ਕੀ ਕੀਤਾ, ਉਹਦੇ ਚ ਸ਼ਬਦ ਸਮੁੰਦਰ ਵਿਰੋਲਿਆ। ਜਿਨ ਸਮੁੰਦ ਵਿਰੋਲਿਆ, ਸਮੁੰਦ ਹੈ ਸ਼ਬਦ ਰੂਪੀ ਸਮੁੰਦਰ, ਸ਼ਬਦ ਨੂੰ ਰਿੜਕਿਆ, ਵਿਰੋਲਿਆ ਮੈਨੇ ਰਿੜਕਿਆ, ਤੇ ਰਿੜਕਿਆ ਕਿਹਦੇ ਨਾਲ, ਜਿਨ ਬਾਸ਼ਕ ਨੇਤਰੈ ਕੱਤਿਆ, ਜਿਨੇ ਇਸ ਮਨ ਰੂਪੀ ਨਾਗ ਨੂੰ ਨੇਤਰੇ ਚ ਪਾ ਲਿਆ। ਮਨ ਰੂਪੀ ਨਾਗ ਦਾ ਮਨ ਰੱਸਾ ਬਣਾ ਕੇ ਜਿਨ ਬਾਸ਼ਕ ਨੇਤਰੈ ਕੱਤਿਆ, ਕਿਹਦੇ ਵਿੱਚ ਕੱਤਿਆ, ਕਿਹਦੇ ਚ ਪਾਇਆ, ਕਰ ਨੇਹੀ ਤਾਣ, ਆਤਮਿਕ ਬਲ ਨੂੰ ਮਟਕੀ ਬਣਾ ਕੇ ਆਤਮਿਕ ਜੀਵਨ ਦੇ ਵਿੱਚ ਸ਼ਬਦ ਨੂੰ ਦਾ ਸਮੁੰਦਰ ਪਾਇਆ, ਤੇ ਮਨ ਰੂਪੀ ਇਸ ਨਾਗ ਨੂੰ ਨੇਤਰਾ ਬਣਾ ਕੇ
ਇਹਨੂੰ ਰਿੜਕਿਆ। ਜਿਨ ਸਮੁੰਦਰ ਵਿਰੋਲਿਆ ਕਰ ਮੇਰ ਮੈਦਾਨ। ਤੇ ਮਧਾਣੀ ਕਿਹੜੀ ਰੱਖੀ? ਉੱਚੀ ਸੁੱਚੀ ਸੁਰਤੀ ਦੀ। ਜਿਹੜਾ ਮੇਰ ਹੈ, ਉੱਚੀ ਸੁਰਤ ਪਹਾੜ ਹੈ, ਬਸ ਇਸ ਸੁਮੇਰ ਪਰਬਤ ਨੂੰ, ਉੱਚੀ ਸੁਰਤ ਰੂਪੀ ਸੁਮੇਰ ਪਰਬਤ ਨੂੰ ਮਧਾਣੀ ਬਣਾ ਕੇ ਜਿਨ ਸਮੁੰਦਰ ਵਿਰੋਲਿਆ, ਸ਼ਬਦ ਰੂਪੀ ਸਮੁੰਦਰ ਨੂੰ ਰਿੜਕਿਆ। ਜਿਵੇਂ ਜਿਵੇਂ ਕੋਈ ਸ਼ਬਦ ਨੂੰ ਰਿੜਕਦਾ ਹੈ, ਵਿਚਾਰਦਾ ਹੈ, ਸਮਝਦਾ ਹੈ, ਉਵੇਂ ਉਵੇਂ ਗੁਰੂ ਸ਼ਬਦ, ਗੁਰੂ ਗਿਆਨ ਦੇ ਵਿੱਚੋਂ ਕੁਝ ਗੁਣ ਨਿਕਲਦੇ ਨੇ ਜਿਹੜੇ ਸਾਡੇ ਆਤਮਿਕ ਜੀਵਨ ਨੂੰ ਸੁੰਦਰ ਬਣਾ ਦਿੰਦੇ ਨੇ, ਆਤਮਿਕ ਜੀਵਨ ਦੇ ਹਨੇਰੇ ਨੂੰ ਕੱਟ ਕੇ ਰੋਸ਼ਨੀ ਦੇ ਦਿੰਦੇ ਨੇ। ਬਸ ਗੁਰੂ ਅਮਰਦਾਸ ਪਾਤਸ਼ਾਹ ਨੇ ਇਹੀ ਕੀਤਾ। ਜਿਹੜਾ ਗੁਰੂ ਅੰਗਦ ਦੇਵ ਪਾਤਸ਼ਾਹ ਵੱਲੋਂ ਸ਼ਬਦ ਮਿਲਿਆ, ਉਸ ਸ਼ਬਦ ਨੂੰ ਆਪਣੀ ਆਤਮਾ ਰੂਪੀ ਮਟਕੇ 'ਚ ਪਾਇਆ ਔਰ ਆਤਮਿਕ ਬਲ ਦੇ ਵਿੱਚ ਇਹਨੂੰ ਸ਼ਬਦ ਨੂੰ ਰਿੜਕਿਆ। ਮਨ ਰੂਪੀ ਨੇਤਰਾ ਪਾ ਕੇ ਉੱਚੀ ਸੁਰਤ ਦੇ ਮਧਾਣੇ ਦੇ ਨਾਲ ਜਦੋਂ ਗੁਰੂ ਸ਼ਬਦ ਨੂੰ ਰਿੜਕਿਆ, ਵਿਰੋਲਿਆ, ਸਮਝਿਆ, ਪਰਖਿਆ, ਉਦੋਂ ਕੀ ਹੋਇਆ? 14 ਰਤਨ ਨਿਕਾਲੇਨ ਕੀਤੁਨ ਚਾਨਾਣ। ਉਦੋਂ ਰੱਬੀ ਗੁਣਾ ਰੂਪੀ 14 ਰਤਨ ਕੱਢੇ ਤੇ ਉਹਨਾਂ 14 ਰਤਨਾਂ ਨਾਲ ਕੀ ਕੀਤਾ? ਕੇਵਲ ਆਪ ਹੀ ਰੋਸ਼ਨੀ ਨਹੀਂ ਲਈ, ਉਹਨਾਂ ਗੁਣਾਂ ਦੇ ਨਾਲ ਪੂਰੇ ਜਗਤ ਵਿੱਚ ਚਾਨਣ ਪੈਦਾ ਕਰ ਦਿੱਤਾ। ਕੀਤੁਨ ਚਾਨਾਣ, ਜਗਤ ਵਿੱਚ, ਸੰਸਾਰ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਨੇ ਚਾਨਣ ਪੈਦਾ ਕਰ ਦਿੱਤਾ। ਆਮ ਤੌਰ ਤੇ ਸਿਰਫ ਗੁਰੂ ਅਮਰਦਾਸ ਸਾਹਿਬ ਜੀ ਨੂੰ ਸੇਵਾ ਨਾਲ ਜੋੜਿਆ ਜਾਂਦਾ ਹੈ, ਪਰ ਉਹਨਾਂ ਦਾ ਆਹ ਪੱਖ ਜਿਹੜਾ ਭਾਈ ਸੱਤਾ ਜੀ ਸਾਹਮਣੇ ਰੱਖ ਰਹੇ ਨੇ ਕਿ ਗੁਰੂ ਅਮਰਦਾਸ ਪਾਤਸ਼ਾਹ ਨੇ ਗੁਰੂ ਅੰਗਦ ਦੇਵ ਪਾਤਸ਼ਾਹ ਦੀ ਸ਼ਰਨ ਵਿੱਚ ਆ ਕੇ ਸ਼ਬਦ ਨੂੰ ਰਿੜਕਿਆ ਸੀ, ਗਿਆਨ ਇਕੱਠਾ ਕੀਤਾ, ਗਿਆਨ ਨੂੰ ਸਮਝਿਆ, ਗੁਰੂ ਦੇ ਸਿਧਾਂਤ ਨੂੰ ਸਮਝਿਆ। ਜਿਸ ਗੁਰੂ ਅਮਰਦਾਸ ਪਾਤਸ਼ਾਹ ਨੇ ਏਡਾ ਵੱਡਾ ਗੁਰਬਾਣੀ ਦਾ ਖਜ਼ਾਨਾ ਰਚਿਆ, ਜਿਸ ਗੁਰਬਾਣੀ ਨੂੰ ਪੜ੍ਹਿਆ ਸਾਫ਼ ਪਤਾ ਲੱਗਦਾ ਹੈ ਕਿ ਉਹਨਾਂ ਦੇ ਸਾਹਮਣੇ ਗੁਰੂ ਨਾਨਕ ਸਾਹਿਬ ਦੀ ਬਾਣੀ ਪਈ ਸੀ, ਭਗਤਾਂ ਦੀ ਬਾਣੀ ਪਈ ਸੀ। ਇਹਦਾ ਮਤਲਬ ਗੁਰੂ ਨਾਨਕ ਸਾਹਿਬ ਤੇ ਭਗਤਾਂ ਦੀ ਬਾਣੀ ਦਾ ਡੂੰਘਾ ਅਧਿਐਨ ਕੀਤਾ, ਰਿੜਕਿਆ ਸ਼ਬਦ ਨੂੰ। ਇਹੀ ਸੀ ਸ਼ਬਦ ਰਿੜਕਣਾ ਜਿਹਦੇ ਬਾਰੇ ਸੱਤਾ ਜੀ ਨੇ ਕਿਹਾ ਕਿ ਜਿਨ ਸਮੁੰਦਰ ਵਿਰੋਲਿਆ ਕਰ ਮੇਰ ਮੈਦਾਨ। ਕਿ ਗੁਰੂ ਅਮਰਦਾਸ ਸਾਹਿਬ ਜੀ, ਜਿਸ ਗੁਰੂ ਨੇ ਸ਼ਬਦ ਰੂਪੀ ਸਮੁੰਦਰ ਰਿੜਕਿਆ, ਪਰ ਸਾਡੀ ਕਹਾਣੀਕਾਰਾਂ ਨੇ ਇਹ ਪੱਖ ਅਣਗੌਲਿਆ ਕਰ ਦਿੱਤਾ ਕਿ ਗੁਰੂ ਅਮਰਦਾਸ ਸਾਹਿਬ ਜੀ ਨੇ ਗੁਰੂ ਅੰਗਦ ਦੇਵ ਪਾਤਸ਼ਾਹ ਦੀ ਸ਼ਰਨ ਵਿੱਚ ਜਾ ਕੇ ਗਿਆਨ ਵੀ ਲਿਆ ਸੀ। ਇਸ ਪੱਖ ਨੂੰ ਇਗਨੋਰ ਕਰ ਦਿੱਤਾ, ਅੱਖੋਂ ਪਰੋਖੇ ਕਰ ਦਿੱਤਾ, ਜਿਹਨੂੰ ਸਪਸ਼ਟ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਭਾਈ ਸੱਤਾ ਜੀ ਦੇ ਮੁਖਾਰਬਿੰਦ ਤੋਂ ਆਖਰੀ ਵਾਰ ਵਿੱਚ ਸਾਹਮਣੇ ਰੱਖ ਦਿੱਤਾ ਕਿ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਗਿਆਨ ਨੂੰ ਰਿੜਕਿਆ। ਜਿਨ ਸਮੁੰਦਰ ਵਿਰੋਲਿਆ, ਸ਼ਬਦ ਰੂਪੀ ਸਮੁੰਦਰ ਨੂੰ ਰਿੜਕਿਆ ਕਰ ਮੇਰ ਮੈਦਾਨ। ਔਰ ਐਵੇਂ ਕੇਵਲ ਸ਼ਬਦ ਪੜ੍ਹ ਨਹੀਂ ਲਿਆ ਵੀ ਮੈਂ ਇੰਨੇ ਪਾਠ ਕਰ ਲਏ ਜੀ, ਮੈਂ ਰੋਜ਼ ਇੰਨੀਆਂ ਬਾਣੀਆਂ ਦਾ ਪਾਠ ਕਰਦਾ ਨਹੀਂ। ਵਿਰੋਲਿਆ, ਉਹਨੂੰ ਰਿੜਕਿਆ, ਉਹਨੂੰ ਸਮਝਿਆ, ਉਹਨੂੰ ਵਿਚਾਰਿਆ, ਸ਼ਬਦ ਨੂੰ ਸਮਝਿਆ। ਕਿੰਨੇ ਕੁ ਨੂੰ ਸਾਡੇ ਵਿੱਚੋਂ ਜਿਹੜੇ ਗੁਰਬਾਣੀ ਸ਼ਬਦ ਨੂੰ ਸਮਝ ਕੇ ਪੜ੍ਹਦੇ ਨੇ, ਵਿਚਾਰਦੇ ਵੀ ਨੇ, ਰਿੜਕਦੇ ਨੇ। ਜੋ ਸ਼ਬਦ ਨੂੰ ਰਿੜਕਾਂਗੇ, ਸਮਝਾਂਗੇ, ਤਾਂ ਹੀ ਵਿੱਚੋਂ ਤੱਤ ਮੱਖਣ ਨਿਕਲੇਗਾ। ਗੁਰੂ ਅਮਰਦਾਸ ਪਾਤਸ਼ਾਹ ਨੇ ਸ਼ਬਦ ਨੂੰ ਰਿੜਕਿਆ, ਉੱਚੀ ਸੁਰਤੀ ਦੇ ਨਾਲ, ਭਾਵ ਸੁਰਤ ਨਾਲ ਸਮਝਿਆ ਉਹਨੂੰ, ਕੇਵਲ ਜ਼ੁਬਾਨੀ ਨਹੀਂ ਪੜ੍ਹਿਆ। ਤਾਂ ਹੀ ਗੁਰੂ ਅਮਰਦਾਸ ਪਾਤਸ਼ਾਹ ਨੇ ਬਾਣੀ 'ਚ ਸਪਸ਼ਟ ਕਹਿ ਦਿੱਤਾ ਕਿ ਇਹ ਨਾ ਹੋਵੇ ਨਿਰਾ ਤੂੰ ਮੂੰਹੋਂ ਪੜ੍ਹਦਾ ਰਹਿ ਜਾਏ। ਹਰ ਹਰ ਨਿਤ ਕਰੈ ਰਸਨਾ, ਕਹਿਆ ਕਛੂ ਨਾ ਜਾਣੀ। ਵੀ ਹਰੀ ਹਰੀ ਕਰੀ ਜਾਵੇ ਪਰ ਪਤਾ ਨਾ ਲੱਗੇ ਵੀ ਕਿਆ ਕੀ ਹੈ। ਬਸ ਕਹਿ ਦਿੱਤਾ, ਪੜ੍ਹ ਲਿਆ, ਪਾਠ ਕਰ ਲਿਆ, ਬਸ ਨਹੀਂ। ਇਹਨੂੰ ਰਿੜਕਣਾ ਪੈਣਾ, ਸਮਝਣਾ ਪੈਣਾ ਉੱਚੀ ਸੁਰਤੀ ਦਾ ਮਧਾਣੀ ਦੇ ਨਾਲ। ਜਿਨ ਸਮੁੰਦਰ ਵਿਰੋਲਿਆ ਕਰ ਮੇਰ ਮੈਦਾਨ। ਜਿਸ ਗੁਰੂ ਅਮਰਦਾਸ ਸਾਹਿਬ ਜੀ ਨੇ ਸ਼ਬਦ ਰੂਪੀ ਸਮੁੰਦਰ ਨੂੰ ਰਿੜਕਿਆ, ਉੱਚੀ ਸੁਰਤ ਰੂਪੀ ਸੁਮੇਰ ਪਰਬਤ ਨੂੰ ਮਧਾਣੀ ਬਣਾ ਕੇ, ਤੇ ਉਹਦੇ ਨਾਲ ਕੀ ਹੋਇਆ? 14 ਰਤਨ ਨਿਕਾਲਿਅਨ ਕੀਤੁਨ ਚਾਨਾਣ। 14 ਰਤਨ ਭਾਵ ਰੱਬੀ ਗੁਣ ਨਿਕਲੇ। ਜਿਵੇਂ ਉਸ ਕਹਾਣੀ ਦੇ ਮੁਤਾਬਕ 14 ਰਤਨ ਨਿਕਲੇ ਸੀ, ਪਰ ਇਹਦੇ ਵਿੱਚੋਂ 14 ਰਤਨ ਕਿਹੜੇ ਨਿਕਲੇ? ਰੱਬੀ ਗੁਣ ਪ੍ਰਗਟ ਹੋਏ। ਉਹਨਾਂ ਗੁਣਾਂ ਨੇ ਕੀ ਕੀਤਾ? ਕੀਤੁਨ ਚਾਨਾਣ। ਉਸ ਗੁਰੂ ਨੇ ਜਗਤ ਵਿੱਚ ਆਤਮਿਕ ਜੀਵਨ ਦੀ ਸੂਝ ਦਾ ਪ੍ਰਕਾਸ਼ ਪੈਦਾ ਕਰ ਦਿੱਤਾ, ਦੁਨੀਆ ਨੂੰ ਰੋਸ਼ਨ ਕਰ ਦਿੱਤਾ। ਇਹ ਹੈ ਗੁਰਬਾਣੀ, ਇਸ ਜਗ ਮਹਿ ਚਾਨਣ ਕਰਮ ਵਸੈ ਮਨ ਆਏ। ਗੁਰਬਾਣੀ ਚਾਨਣ ਹੈ, ਰੋਸ਼ਨੀ ਹੈ, ਜਿਹੜੀ ਜਗਤ ਦਾ ਹਨੇਰਾ ਕੱਟ ਦਿੰਦੀ ਹੈ। ਘੋੜਾ ਕੀਤੋ ਸਹਿਜ ਦਾ ਜਤ ਕੀਓ ਪਲਾਣ। ਘੋੜਾ ਕੀਤੋ ਸਹਿਜ ਦਾ। ਮੰਨ ਲਓ ਹੁਣ ਗੁਰੂ ਅਮਰਦਾਸ ਪਾਤਸ਼ਾਹ ਬੜੇ ਮਾਣ ਦੇ ਨਾਲ ਸਵਾਰੀ ਕਰਦੇ ਨੇ, ਔਰ ਜਿਹਦੇ ਵਿੱਚ ਉਹਨਾਂ ਨੇ ਸਹਿਜ ਅਵਸਥਾ ਨੂੰ ਘੋੜਾ ਬਣਾਇਆ ਹੋਇਆ ਹੈ। ਭਵਜਲ ਸੰਸਾਰ ਰੂਪੀ ਇਸ ਜੰਗਲ ਨੂੰ, ਜਾਂ ਕਹਿ ਲਓ ਸੰਸਾਰ ਦੇ ਜੀਵਨ ਦੇ ਸਫ਼ਰ ਨੂੰ ਕਹਿ ਲਓ, ਵੀ ਕਿਵੇਂ ਤੈਅ ਕੀਤਾ ਉਹਨਾਂ ਨੇ? ਆਤਮਿਕ ਸਹਿਜ ਅਵਸਥਾ ਦਾ ਘੋੜਾ ਬਣਾਇਆ, ਭਾਵ ਆਤਮਿਕ ਅਡੋਲਤਾ ਵਿੱਚ ਟਿਕ ਗਏ। ਆਤਮਿਕ ਅਡੋਲਤਾ ਦੇ ਵਿੱਚ ਹੀ ਬਾਕੀ ਜ਼ਿੰਦਗੀ ਦਾ ਸਫ਼ਰ ਤੈਅ ਕਰ ਰਹੇ ਨੇ। ਘੋੜਾ ਕੀਤੋ ਸਹਿਜ ਦਾ
सहज अवस्था का घोड़ा बना लिया। जत कियो पलाण, जत मैंने इंद्रियां नूं विकारां वालों रोक के रखना, काम क्रोध लोभ मोह हंकार आसा निंदा चुगली तृष्णा आदिक वालों रोक के रखना। इस जत नूं काठी बना लिया, पलाण मैंने काठी बना लिया। तणख चढ़ायो सत दा, जस हंदा बाण, तणख मैंने कमान, सत मैंने उच्चे आचरण की कमान कस लई, उच्चे आचरण की कमान तैयार कर ली। तणख चढ़ायो सत दा, जस हंदा बाण, चढ़ायो मैंने चढ़ा लिया। भाव ਉੱਚੇ ਸੁੱਚੇ ਆਚਰਨ ਦਾ ਦੇ ਉੱਪਰ ਕਮਾਨ ਦੇ ਉੱਪਰ ਚਿੱਲਾ ਚੜਾ ਲਿਆ। ਭਾਵ ਧਨੁਖ ਕੱਸ ਲਈ, ਕਮਾਨ ਕੱਸ ਲਈ, ਧਨੁਖ ਕੱਸ ਲਿਆ। ਜਸ ਹੰਦਾ ਬਾਣ, ਤੇ ਜਸ ਕੀ ਹੈ? ਪ੍ਰਭੂ ਦੀ ਸਿਫਤ ਸਲਾਹ, ਰੱਬੀ ਗੁਣਾਂ ਦਾ ਤੀਰ ਫੜ ਲਿਆ। ਬਾਣ ਮੈਨੇ ਤੀਰ, ਰੱਬੀ ਸਿਫਤ ਸਲਾਹ ਦਾ ਤੀਰ ਚਲਾ ਰਹੇ ਨੇ ਔਰ ਵਿਕਾਰਾਂ ਨੂੰ ਫੁੰਡ ਫੁੰਡ ਕੇ ਖਤਮ ਕਰ ਰਹੇ ਨੇ। ਮੰਨ ਲਓ ਜਿਵੇਂ ਕੋਈ ਸ਼ਾਹ ਸਵਾਰ ਘੋੜੇ ਤੇ ਚੜ੍ਹ ਕੇ ਜੰਗਲ ਵਿੱਚ ਸ਼ਿਕਾਰ ਖੇਡਣ ਜਾਂਦਾ ਹੈ। ਗੁਰੂ ਅਮਰਦਾਸ ਪਾਤਸ਼ਾਹ ਉਹ ਸ਼ਾਹ ਸਵਾਰ ਨੇ ਜਿਨ੍ਹਾਂ ਨੇ ਸਹਿਜ ਦਾ ਘੋੜਾ ਲਿਆ, ਉੱਚੇ ਆਚਰਨ ਰੂਪੀ ਕਾਠੀ ਰੱਖ ਲਈ ਔਰ ਉਹਦੇ ਉੱਪਰ ਸਵਾਰ ਹੋ ਕੇ ਸੱਚਾਈ ਦਾ ਧਨੁਖ, ਸੱਚਾਈ ਦੀ ਕਮਾਨ ਹੱਥ 'ਚ ਫੜ ਕੇ ਰੱਬੀ ਸਿਫਤ ਸਲਾਹ ਦੇ ਤੀਰ ਛੱਡ ਕੇ ਵਿਕਾਰਾਂ ਨੂੰ ਫੁੰਡ ਸੁੱਟਿਆ। ਕਲ ਵਿੱਚ ਤੂੰ ਅੰਧਾਰ ਸਾ, ਚੜਿਆ ਰਹਿ ਭਾਣ। ਕਲ ਵਿੱਚ ਮੈਨੇ ਸੰਸਾਰ ਦੇ ਵਿੱਚ ਮਾਨੋ ਵਿਕਾਰਾਂ ਦਾ ਘੁੱਪ ਹਨੇਰਾ ਸੀ। ਤੂੰ ਅੰਧਾਰ ਸਾ, ਤੂੰ ਮੈਨੇ ਕੁੱਪ ਅੰਧਾਰ ਸੀ, ਹਨੇਰਾ ਸੀ, ਕੁੱਪ ਹਨੇਰਾ ਸੀ। ਕਲ ਵਿੱਚ ਤੂੰ ਅੰਧਾਰ ਸਾ, ਕਲ ਵਿੱਚ ਮੈਨੇ ਸੰਸਾਰ ਵਿੱਚ, ਇਸ ਜਗਤ ਵਿੱਚ। ਕਲ ਵਿੱਚ ਤੂੰ ਅੰਧਾਰ ਸਾ, ਚੜਿਆ ਰਹਿ ਭਾਣ। ਰਹਿ ਅਲੱਗ ਸ਼ਬਦ ਹੈ, ਭਾਣ ਅਲੱਗ ਸ਼ਬਦ ਹੈ। ਭਾਣ ਮੈਨੇ ਸੂਰਜ, ਰਹਿ ਮੈਨੇ ਕਿਰਨਾਂ, ਮਾਨੋ ਕਿਰਨਾਂ ਵਾਲਾ ਸੂਰਜ ਚੜ ਪਿਆ, ਚੜਿਆ ਰਹਿ ਭਾਣ। ਗੁਰੂ ਅਮਰਦਾਸ ਪਾਤਸ਼ਾਹ ਮਾਨੋ ਸੰਸਾਰ ਦੇ ਘੁੱਪ ਹਨੇਰੇ ਵਿੱਚ ਸੂਰਜ ਬਣ ਕੇ ਆਏ, ਜਿਨ੍ਹਾਂ ਨੇ ਗਿਆਨ ਦੀਆਂ ਕਿਰਨਾਂ ਪੂਰੀ ਦੁਨੀਆ 'ਚ ਫੈਲਾ ਦਿੱਤੀਆਂ। ਜਿਹੜੀ ਉੱਪਰ ਤੁਕ ਆਈ ਸੀ ਕੀਤੋਂ ਚਾਨਣ, ਚਾਨਣ ਕਰ ਦਿੱਤਾ ਗੁਰੂ ਅਮਰਦਾਸ ਸਾਹਿਬ ਨੇ। ਸ਼ਬਦ ਦੀਆਂ ਕਿਰਨਾਂ ਦੇ ਨਾਲ ਪੂਰੇ ਜਗਤ ਨੂੰ ਰੋਸ਼ਨਾ ਦਿੱਤਾ। ਗੁਰੂ ਅਮਰਦਾਸ ਪਾਤਸ਼ਾਹ ਸੂਰਜ ਬਣ ਕੇ ਆਏ, ਕਿਰਨਾਂ ਵਾਲਾ ਸੂਰਜ, ਜਿਨ੍ਹਾਂ ਨੇ ਸੰਸਾਰ ਰੂਪੀ ਘੁੱਪ ਹਨੇਰੇ ਵਿੱਚ ਗਿਆਨ ਦਾ ਪ੍ਰਕਾਸ਼ ਪੈਦਾ ਕਰ ਦਿੱਤਾ। ਕਲ ਵਿੱਚ ਤੂੰ ਅੰਧਾਰ ਸਾ, ਇਸ ਜਗਤ ਵਿੱਚ ਮਨ ਵਿਕਾਰਾਂ ਦਾ ਘੁੱਪ ਹਨੇਰਾ ਸੀ। ਚੜਿਆ ਰਹਿ ਭਾਣ, ਗੁਰੂ ਅਮਰਦਾਸ ਪਾਤਸ਼ਾਹ ਭਾਣ ਮੈਨੇ ਸੂਰਜ, ਰਹਿ ਮੈਨੇ ਕਿਰਨਾਂ ਵਾਲਾ ਸੂਰਜ ਚੜ ਕੇ ਆਏ, ਜਿਨ੍ਹਾਂ ਨੇ ਦੁਨੀਆ ਦੇ ਕੋਨੇ ਕੋਨੇ ਤੇ ਗਿਆਨ ਦੀਆਂ ਕਿਰਨਾਂ ਬਖੇਰ ਦਿੱਤੀਆਂ। ਸੱਤੋਂ ਖੇਤ ਜਮਾਇਓ ਸੱਤੋਂ ਛਾਵਾਣ, ਸੱਤੋਂ ਮੈਨੇ ਸੱਤ ਤੋਂ, ਉੱਚੇ ਸੁੱਚੇ ਆਚਰਨ ਦੇ ਬਲ ਨਾਲ ਕੀ ਕੀਤਾ? ਖੇਤ ਜਮਾਇਓ। ਉਹਨਾਂ ਨੇ ਮਨ ਨੂੰ ਖੇਤੀ ਜਮਾ ਲਈ, ਉਜੜੀ ਹੋਈ ਖੇਤੀ ਮਨ ਨੂੰ ਹਰੀ ਭਰੀ ਕਰ ਦਿੱਤੀ। ਆਤਮਿਕ ਗੁਣਾਂ ਦੀ ਖੇਤੀ ਜਿਹੜੀ ਪੁੰਗਰ ਪਈ, ਪੱਲਰ ਪਈ ਇਸ ਜਗਤ ਦੇ ਵਿੱਚ, ਸੰਸਾਰ ਦੇ ਵਿੱਚ ਮਾਨੋ ਰੱਬੀ ਗੁਣਾਂ ਦੀ ਖੇਤੀ ਹਰੀ ਹੋ ਗਈ, ਹਰਿਆ ਭਰਿਆ ਕਰ ਦਿੱਤਾ ਜਗਤ ਨੂੰ। ਸੱਤੋਂ ਖੇਤ ਜਮਾਇਓ ਸੱਤੋਂ ਛਾਵਾਣ, ਕੇਵਲ ਨਾਮ ਦੀ ਖੇਤੀ ਹੀ ਨਹੀਂ ਜਮਾਈ, ਬਲਕਿ ਆਪ ਉਹਦੇ ਰਖਵਾਲੇ ਵੀ ਬਣੇ। ਛਾਵਾਣ, ਛਾਵਾਣ ਮੈਨੇ ਛਾਂ ਦੇਣ ਵਾਲਾ, ਕਿਉਂਕਿ ਛਾਵਾਣ ਦੇ ਰਾਣੇ ਨੂੰ ਔਂਕੜ ਹੈਗੀ ਹੈ, ਤੇ ਇਹਦਾ ਮਤਲਬ ਇਹ ਇੱਕ ਵਚਨ ਪਲਿੰਗ ਸ਼ਬਦ ਹੈ, ਜਾਂ ਕਹਿ ਲਓ ਵਿਸ਼ੇਸ਼ਣ ਬਣ ਗਿਆ ਇਹ ਛਾਇਆਵਾਨ। ਤੇ ਛਾਇਆਵਾਨ ਮੈਨੇ ਜਿਵੇਂ ਖੇਤ ਦੀ ਛਾਂ ਹੁੰਦੀ ਉਹਦੀ ਰਾਖੀ ਕਰਨੀ, ਤੇ ਛਾਵਾਨ ਮੈਨੇ ਇਸ ਸੰਸਾਰ ਵਿੱਚ ਜਿੱਥੇ ਗਿਆਨ ਦੀ ਖੇਤੀ ਜਮਾਈ ਉਹਦੇ ਰਖਵਾਲੇ ਵੀ ਆਪ ਬਣੇ। ਛਾਵਾਨ ਮੈਨੇ ਕਹਿ ਲਓ ਵੀ ਛਾਇਆਵਾਨ ਕਹਿ ਲਓ, ਜਾਂ ਕਹਿ ਲਓ ਰਖਵਾਲਾ। ਮਨੋ ਸੱਤ ਤੋਂ ਹੀ ਉਹ ਰਖਵਾਲੇ ਬਣੇ। ਸੱਤੋਂ ਖੇਤ ਜਮਾਇਓ ਸੱਤੋਂ ਛਾਵਾਨ, ਆਤਮਿਕ ਸੱਚਾਈ, ਆਤਮਿਕ ਜੀਵਨ ਦੇ ਸੱਚ ਰੂਪੀ ਖੇਤੀ ਜਮਾਈ, ਆਤਮਿਕ ਜੀਵਨ ਦੇ ਸੱਚ ਰੂਪੀ ਹੀ ਰੱਖੀ ਕੀਤੀ। ਆਤਮਿਕ ਬਲ ਜਿਹੜਾ ਉਹ ਸੱਚਾਈ ਦਾ, ਉਹ ਹੈ ਸੱਤ। ਸੱਤ ਮੈਨੇ ਸੁੱਚਾ ਆਚਰਨ, ਸੁੱਚੇ ਆਚਰਨ ਦਾ ਬਲ, ਸੁੱਚੇ ਆਚਰਨ ਦੀ ਤਾਕਤ। ਜਿਸ ਸੁੱਚੇ ਆਚਰਨ ਰੂਪੀ ਬਲ ਦਾ ਖੇਤ ਬਣਾਇਆ, ਜਮਾਇਆ, ਤੇ ਨਾਲ ਨਾਲ ਉਹ ਰਖਵਾਲੇ ਵੀ ਬਣੇ। ਨਿਤ ਰਸੋਈ ਤੇਰੀ ਹੈ ਘਿਓ ਮੈਦਾ ਖਾਣ। हे ਗੁਰੂ ਅਮਰਦਾਸ ਪਾਤਸ਼ਾਹ ਜੀਓ, ਤੁਹਾਡੀ ਰਸੋਈ ਵਿੱਚ ਨਿੱਤਾ ਪ੍ਰਤੀ ਹਰ ਰੋਜ਼ ਕੀ ਹੁੰਦਾ ਹੈ? ਘਿਓ ਮੈਦਾ ਖਾਣ ਮੈਨੇ ਖੰਡ ਵਰਤਦਾ ਹੈ। ਘਿਓ ਮੈਦਾ ਖੰਡ ਵਰਤਦੇ ਨੇ, ਉੱਤਮ ਪਦਾਰਥ ਵਰਤਦੇ ਨੇ, ਤੇ ਘਿਓ ਮੈਦਾ ਤੇ ਖੰਡ ਮਿਲਾ ਕੇ ਹੀ ਕੜਾਹ ਪ੍ਰਸ਼ਾਦ ਬਣਦਾ ਹੈ। ਭਾਵ ਤੁਹਾਡੀ ਰਸੋਈ 'ਚ ਨਿੱਤ ਕੜਾਹ ਪ੍ਰਸ਼ਾਦ ਵਰਤਦਾ ਹੈ, ਦੇਗ ਵਰਤਦੀ ਹੈ। ਨਿਤ ਰਸੋਈ ਤੇਰੀ ਹੈ ਘਿਓ ਮੈਦਾ ਖਾਣ, ਚਾਰੇ ਕੁੰਡਾਂ ਸੁਝਿਓਸ,
मन में शब्द प्रमाण। जिन्हें हे सतगुरु तेरा शब्द अपने मन ਵਿੱਚ ਟਿਕਾ ਲਿਆ, ਜਿਸ ਮਨੁੱਖ ਨੇ ਵੀ ਉਹਨੂੰ ਮਨ ਚੌਵਾਂ ਕੁੰਡਾਂ ਵਿੱਚ ਵਸਦੇ ਪ੍ਰਭੂ ਦੀ ਸਮਝ ਪੈ ਗਈ। ਚਾਰੇ ਕੁੰਡਾਂ ਵਿੱਚ ਵਸਦੇ ਰੱਬ ਦੀ ਸੋਝੀ ਆ ਗਈ। ਚਾਰੇ ਕੁੰਡਾਂ ਸੁਝਿਓਸ, ਉਹਨੂੰ ਸੁੱਝ ਗਈਆਂ। ਮਨ ਮੈਂ ਸ਼ਬਦ ਪ੍ਰਵਾਨ, ਜਿਹਦੇ ਮਨ ਵਿੱਚ ਸ਼ਬਦ ਰੂਪੀ ਪ੍ਰਵਾਨਾ ਰਾਹਦਾਰੀ ਆਈ, ਜਿਹਦੇ ਮਨ ਦੇ ਵਿੱਚ ਪ੍ਰਭੂ ਦੇ ਬਖਸ਼ੇ, ਗੁਰੂ ਦੇ ਬਖਸ਼ੇ ਸ਼ਬਦ ਦਾ ਨਿਸ਼ਾਨ ਪੈਦਾ ਹੋ ਗਿਆ, ਪ੍ਰਵਾਨਾ ਰਾਹਦਾਰੀ। ਭਾਵ ਜਿਹਨੇ ਗੁਰੂ ਸ਼ਬਦ ਦਾ ਪ੍ਰਵਾਨਾ ਰਾਹਦਾਰੀ ਲੈ ਲਈ, ਉਹ ਫਿਰ ਜਿੱਧਰ ਵੀ ਤੁਰਿਆ ਸ਼ਬਦ ਦਾ ਨਿਸ਼ਾਨਾ ਲੈ ਕੇ, ਸ਼ਬਦ ਦਾ ਨਿਸ਼ਾਨ ਪ੍ਰਵਾਨਾ ਰਾਹਦਾਰੀ ਲੈ ਕੇ, ਉਹਨੂੰ ਹਰ ਥਾਂ ਤੇ ਵਸਦਾ ਰੱਬ ਹੀ ਦਿਸਿਆ। ਚਾਰੇ ਕੁੰਡਾਂ ਸੁਝਿਓਸ, ਉਹਨੂੰ ਚਾਰੇ ਕੁੰਡਾਂ ਵਿੱਚ ਸੁੱਝ ਗਈਆਂ। ਭਾਵ ਚਾਰੇ ਕੁੰਡਾਂ 'ਚ ਸੁੱਝ ਗਿਆ ਕਿ ਪ੍ਰਭੂ ਹੀ ਹੈ। ਚਾਰੇ ਕੁੰਡਾਂ ਦੀ ਸਮਝ ਪੈ ਗਈ। ਚਾਰੇ ਕੁੰਡਾਂ ਸੁਝੀਆਂ ਮੈਨੇ, ਚਾਰੇ ਕੁੰਡਾਂ ਦੀ ਸਮਝ ਪੈ ਗਈ ਕਿ ਚਾਰੇ ਕੁੰਡਾਂ 'ਚ ਕੀ ਹੈ। ਕੁੰਡ ਮੈਨੇ ਦਿਸ਼ਾਵਾਂ, ਚਾਰੇ ਦਿਸ਼ਾਵਾਂ 'ਚ ਕੀ ਹੈ, ਪ੍ਰਭੂ ਹੀ ਹੈ। ਚਾਰੇ ਕੁੰਡਾਂ ਚਾਰੇ ਦਿਸ਼ਾਵਾਂ ਨੂੰ ਸੁੱਝ ਗਈਆਂ ਕਿ ਚਾਰੇ ਦਿਸ਼ਾਵਾਂ 'ਚ ਇੱਕ ਪ੍ਰਭੂ ਹੀ ਤੇ ਹੈ। ਚਤੁਰ ਦਿਸ਼ਾ ਕੀਨੋ ਬਲ ਆਪਣਾ, ਚੌਵਾਂ ਦਿਸ਼ਾਵਾਂ 'ਚ ਉਸ ਮਾਲਕ ਨੇ ਆਪਣਾ ਬਲ ਫੈਲਾਇਆ ਹੋਇਆ। ਹੁਣ ਇਸ ਕਰਕੇ ਚਾਰੇ ਕੁੰਡਾਂ ਨੂੰ ਸੁੱਝ ਗਈਆਂ, ਚਾਰੇ ਕੁੰਡਾਂ ਦੀ ਸਮਝ ਆ ਗਈ ਕਿ ਉਹਨਾਂ ਵਿੱਚ ਇੱਕ ਪ੍ਰਭੂ ਹੀ ਵਸ ਰਿਹਾ, ਉਹਦੀ ਤਾਕਤ ਕੰਮ ਕਰ ਰਹੀ ਹੈ। ਚਾਰੇ ਕੁੰਡਾਂ ਸੁਝਿਓਸ, ਮਨ ਮੈਂ ਸ਼ਬਦ ਪ੍ਰਮਾਣ, ਜਿਸ ਮਨੁੱਖ ਨੇ ਆਪਣੇ ਮਨ ਵਿੱਚ हे ਸਤਿਗੁਰੂ ਤੇਰਾ ਸ਼ਬਦ ਪ੍ਰਮਾਣ ਕਰ ਲਿਆ, ਰਾਹ ਦਾ ਰੂਪੀ ਲੈ ਲਿਆ, ਜਿਹਨੇ ਮਨ ਵਿੱਚ ਸ਼ਬਦ ਟਿਕਾ ਲਿਆ। ਆਵਾ ਗੌਣ ਨਿਵਾਰਿਓ ਕਰ ਨਦਰ ਨਿਸ਼ਾਨ। हे ਸਤਿਗੁਰੂ ਜੀ, ਜਿਨ੍ਹਾਂ ਉੱਪਰ ਤੁਸੀਂ ਮਿਹਰ ਦੀ ਨਜ਼ਰ ਕੀਤੀ ਤੇ ਉਹਨੂੰ ਸ਼ਬਦ ਰੂਪੀ ਰਾਹਦਾਰੀ ਬਖਸ਼ ਦਿੱਤੀ, ਉਹਦਾ ਆਵਾਗੌਣ ਦਾ ਗੇੜ ਮੁੱਕ ਗਿਆ। ਆਵਾਗੌਣ ਨਿਵਾਰਿਓ, ਤੁਸੀਂ ਉਹਦੀ ਭਟਕਣਾ ਖਤਮ ਕਰ ਦਿੱਤੀ। ਆਵਾਗੌਣ ਮੈਨੇ ਭਟਕਣਾ, ਵਿਕਾਰਾਂ ਵਿੱਚ ਭਟਕਣਾ। ਪਾਪਾਂ ਵਿਕਾਰਾਂ ਵਾਲੀਆਂ ਜਿਹੜੇ ਪਸ਼ੂ ਜੁਨੀਆਂ ਸਨ, ਕਰਤੂਤ ਪਸ਼ੂ ਕੀ ਮਾਨਸ ਜਾਤ, ਉਹ ਵਿਕਾਰਾਂ ਦੇ ਜੁਨੀਆਂ ਪਸ਼ੂਆਂ ਵਾਲਾ ਜਿਹੜਾ ਆਵਾਗਮਨ ਸੀ, ਪਸ਼ੂਆਂ ਵਾਲੀਆਂ ਬਿਰਤੀਆਂ ਖਤਮ ਕਰ ਦਿੱਤੀਆਂ। ਪਸ਼ੂਆਂ ਵਾਲੀ ਭਟਕਣਾ ਆਵਾਗਮਨ ਮਿਕਾ ਦਿੱਤਾ। ਆਵਾਗੌਣ ਨਿਵਾਰਿਓ ਕਰ ਨਦਰ ਨਿਸ਼ਾਨ, ਜਦੋਂ ਤੁਸੀਂ ਮਿਹਰ ਦੀ ਦ੍ਰਿਸ਼ਟੀ ਕਰਕੇ ਸ਼ਬਦ ਰੂਪੀ ਨਿਸ਼ਾਨ, ਸ਼ਬਦ ਰੂਪੀ ਰਾਹਦਾਰੀ ਬਖਸ਼ੀ। ਅਵਤਰਿਆ ਅਵਤਾਰ ਲੈ ਸੋ ਪੁਰਖ ਸੁਜਾਣਾ। ਅਵਤਰਿਆ ਮੈਨੇ ਉਤਰਿਆ, ਅਵਤਾਰ ਦਾ ਮਤਲਬ ਹੁੰਦਾ ਉਚਾਈ ਤੋਂ ਨਿਵਾਣ ਵੱਲ ਉਤਰਨਾ। ਅਵਤਰਿਆ ਮੈਨੇ ਉਤਰਿਆ, ਅਵਤਾਰ ਲੈ ਮੈਨੇ ਜਨਮ ਲੈ ਕੇ ਜਿਹੜਾ ਸੰਸਾਰ ਵਿੱਚ ਆਇਆ। ਭਾਵ ਹੈ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ, ਤੁਸੀਂ ਉਹ ਸੁਜਾਨ ਪੁਰਖ ਹੋ, ਉਹ ਸਿਆਣੇ ਪੁਰਖ ਹੋ। ਸੁਜਾਨ ਮੈਨੇ ਅੰਦਰ ਦੀ ਜਾਣਨ ਵਾਲੇ ਸਿਆਣੇ, ਤੁਸੀਂ ਉਹ ਸਿਆਣੇ ਪੁਰਖ ਹੋ ਜਿਹੜੇ ਜਗਤ ਵਿੱਚ ਅਵਤਾਰ ਲੈ ਕੇ ਉਤਰ ਆਏ। ਅਵਤਾਰ ਦਾ ਮਤਲਬ ਉਤਰਨਾ। ਅਸੀਂ ਜਿਵੇਂ ਪੜ੍ਹਦੇ ਹਾਂ ਸੁਖਮਨੀ ਸਾਹਿਬ ਦੀ ਬਾਣੀ ਦੇ ਵਿੱਚ, ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ। ਇਹਦਾ ਮਤਲਬ ਇਹ ਨਹੀਂ ਕਿ ਸੰਤ ਦੀ ਨਿੰਦਾ ਕਰਨ ਵਾਲਾ ਅਗਲੇ ਜਨਮ 'ਚ ਅਵਤਾਰ ਪੀਰ ਪੈਗੰਬਰ ਬਣ ਜਾਂਦਾ ਹੈ, ਨਹੀਂ। ਸੰਤ ਜਨਾਂ ਦੀ, ਗੁਰਮੁਖਾਂ ਦੀ ਨਿੰਦਾ ਕਰਨ ਵਾਲਾ ਆਤਮਿਕ ਤਲ ਤੋਂ ਉਤਰਦਾ ਚਲਾ ਜਾਂਦਾ ਹੈ, ਨਿਗਾਰ ਵੱਲ ਜਾਂਦਾ ਹੈ, ਕੱਟਦਾ ਜਾਂਦਾ ਹੈ। ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ, ਬਾਰ-ਬਾਰ ਉਤਰਦਾ ਹੈ। ਤੇ ਅਵਤਾਰ ਕਿਸੇ ਧਰਮੀ ਪੁਰਖ ਨੂੰ ਤਾਂ ਕਿਹਾ ਜਾਂਦਾ ਹੈ ਜਿਹੜਾ ਸੰਸਾਰ ਵਿੱਚ ਉਤਰ ਆਏ, ਇਸ ਕਰਕੇ ਉਹਦਾ ਨਾਮ ਅਵਤਾਰ ਪੈ ਜਾਂਦਾ ਹੈ। ਅਵਤਰਿਆ ਅਵਤਾਰ ਲੈ, ਉਤਰ ਆਇਆ, ਭਾਵ ਜਗਤ ਤੇ ਆ ਗਿਆ। ਜਿਹਨੂੰ ਅਸੀਂ ਗੁਰਬਾਣੀ 'ਚ ਹੋਰ ਥਾਂ ਵੀ ਕਹਿੰਦੇ ਹਾਂ, ਅਵਤਰ ਆਏ ਕਹਾਂ ਤੁਮ ਕੀਨਾ। ਉਤਰ ਕੇ ਆਇਆ ਜਗਤ ਤੇ, ਜਨਮ ਲਿਆ ਤੂੰ ਕੀ ਕੀਤਾ ਈ। ਉਤਰਨਾ, ਸੰਸਾਰ ਵਿੱਚ ਆਉਣਾ। ਅਵਤਰਿਆ ਭਾਵ ਉਤਰ ਆਏ ਹੋ ਤੁਸੀਂ, ਜਨਮ ਲੈ ਲਿਆ। ਅਵਤਾਰ ਲੈ ਤੇ ਜਗਤ ਵਿੱਚ ਜਨਮ ਲੈ ਕੇ ਸੋ ਪੁਰਖ ਸੁਜਾਨ, ਮਾਨੋ ਉਹ ਸੁਜਾਨ ਸਿਆਣਾ ਪੁਰਖ ਗੁਰੂ ਅਮਰਦਾਸ ਪਾਤਸ਼ਾਹ ਜੀ ਅਵਤਾਰ ਲੈ ਕੇ ਜਗਤ ਵਿੱਚ ਆਏ ਹਨ। ਤੇ ਉਹ ਐਸੇ ਸਤਿਗੁਰੂ ਨੇ ਝੱਖੜ ਵਾਓ ਨਾ ਡੋਲਈ ਪਰਬਤ ਨਿਰਾਨ, ਜਿਹੜੇ ਵਿਕਾਰਾਂ ਦੇ ਝੱਖੜ ਵਿੱਚ, ਵਿਕਾਰਾਂ ਦੀ ਹਨੇਰੀ ਵਿੱਚ ਝੁੱਲ ਪਏ, ਡੋਲਦੇ ਨਹੀਂ ਹਨ। ਝੱਖੜ ਵਿੱਚ ਤੇ ਵਾਓ ਵਿੱਚ, ਵਾਓ ਮੈਨੇ ਹਨੇਰੀਆਂ ਵਿੱਚ, ਨਾ ਡੋਲਈ। ਜਿਹੜੇ ਗੁਰੂ ਅਮਰਦਾਸ ਪਾਤਸ਼ਾਹ ਹੁਣ ਕਦੀ ਡੋਲਦੇ ਨਹੀਂ। ਕਿਉਂ? ਪਹਾੜ ਵੀ ਕਦੀ ਡੋਲਦੇ ਨੇ ਹਵਾਵਾਂ ਨਾਲ। ਪਰਬਤ ਨਿਰਾਨ, ਨਿਰਾਨ ਮੈਨੇ ਸੁਮੇਰ ਪਰਬਤ ਨੇ ਜਿਹੜੇ ਕਦੀ ਡੋਲਦੇ ਨਹੀਂ ਹਨ। ਤੇ ਜੇ ਸੁਮੇਰ ਪਰਬਤ ਦੀ ਸ਼ਰਨ ਵਿੱਚ ਅਸੀਂ ਚਲੇ ਜਾਈਏ, ਨਾ ਉਹ ਪਰਬਤ ਡੋਲੇ, ਨਾ ਅਸੀਂ ਡਿੱਗਾਂਗੇ। ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ। ਜੇ ਅਸੀਂ ਵੀ ਉਸ ਮਾਲਕ ਦੀ ਸ਼ਰਨ ਵਿੱਚ, ਸਤਿਗੁਰੂ ਦੀ ਸ਼ਰਨ ਵਿੱਚ ਆ ਜਾਈਏ, ਗੁਰੂ ਗਿਆਨ ਸਾਨੂੰ ਵੀ ਅਡੋਲ ਕਰ ਦੇਗਾ। ਤੂੰ ਦਾਨਾ ਤੂੰ ਅਬਚਲ ਤੂੰ ਹੀ, ਤੂੰ ਜਾਤ ਮੇਰੀ ਪਾਤੀ, ਤੂੰ ਅਡੋਲ ਕਦੇ ਡੋਲੇ ਨਹੀਂ, ਤਾਂ ਹਮ ਕੈਸੀ ਤਾਤੀ। ਜੇ ਤੂੰ ਕਦੀ ਡੋਲਦਾ ਨਹੀਂ, ਤੇਰੀ ਸ਼ਰਨ ਵਿੱਚ ਆ ਕੇ ਮੈਨੂੰ ਕਾਹਦੀ ਚਿੰਤਾ ਹੈ, ਫਿਰ ਮੈਂ ਵੀ ਨਹੀਂ ਡੋਲਾਂਗਾ।
ਗੁਰੂ ਪਰਬਤ ਹੈ ਸੁਮੇਰ ਪਰਬਤ ਅਡੋਲ, ਜਿਹੜਾ ਡੋਲਦਾ ਨਹੀਂ ਹੈ ਵਿਕਾਰਾਂ ਦੇ ਝਖੜਾਂ ਦੇ ਨਾਲ, ਵਿਕਾਰਾਂ ਦੀਆਂ ਹਨੇਰੀਆਂ ਦੇ ਨਾਲ। ਝਖੜ ਵਾਓ ਨਾ ਡੋਲਈ ਪਰਬਤ ਮੇਰਾਨ। ਗੁਰੂ ਅਮਰਦਾਸ ਪਾਤਸ਼ਾਹ ਉਹ ਸੁਮੇਰ ਪਰਬਤ ਵਰਗੇ ਨੇ ਜਿਹੜੇ ਕਦੀ ਵਿਕਾਰਾਂ ਝਖੜਾਂ ਦੀ ਹਨੇਰੀ 'ਚ ਡੋਲਦੇ ਨਹੀਂ ਹਨ। ਵਿਕਾਰਾਂ ਦੇ ਝੱਖੜ, ਵਿਕਾਰਾਂ ਦੀ ਹਨੇਰੀ 'ਚ ਡੋਲਦੇ ਨਹੀਂ ਹਨ, ਮਾਨੋ ਸੁਮੇਰ ਪਰਬਤ ਹਨ। ਜਾਣੈ ਬਿਰਥਾ ਜੀ ਕੀ ਜਾਣੀ ਹੂੰ ਜਾਣ। ਉਹ ਤਾਂ ਜੀਵਨ ਦੇ ਦਿਲ ਦੀ ਬਿਰਥਾ ਮੈਨੇ ਵਿਅਥਾ ਜਾਣਦੇ ਨੇ, ਪੀੜਾ ਸਮਝਦੇ ਨੇ। ਉਹ ਤੇ ਹਰ ਜੀਵ ਦੇ ਅੰਦਰ ਦੀ ਪੀੜਾ ਨੂੰ ਜਾਣਦੇ ਨੇ, ਜੀਵਾਂ ਦੀ ਪੀੜਾ ਨੂੰ ਜਾਣਦੇ ਨੇ। ਜਾਣੈ ਬਿਰਥਾ ਜੀ ਕੀ, ਜੀ ਬਹੁ ਵਚਨ, ਜੀਓ ਮੈਨੇ ਇੱਕ ਜੀਵ, ਜੀ ਬਹੁਤੇ ਜੀਵ। ਇਹ ਧਿਆਨ ਰੱਖਣਾ। ਥਾਉ ਇੱਕ ਥਾਂ, ਥਾਮ ਬਹੁਤੀਆਂ ਥਾਵਾਂ। ਨਾਉ ਇੱਕ ਨਾਮ, ਨਾਮ ਬਹੁਤੇ ਨਾਮ। ਪਾਉ ਇੱਕ ਪੈਰ, ਪਾਮ ਬਹੁਤੇ ਪੈਰ। ਜੀਓ ਇੱਕ ਜੀਵ, ਜੀ ਬਹੁਤੇ ਜੀਵ। ਉਪਾਓ ਇੱਕ ਯਤਨ, ਉਪਾਵ ਬਹੁਤੇ ਯਤਨ। ਹੁਣ ਇੱਥੇ ਜੀ ਜਿੱਥੇ ਆਉਂਦਾ ਹੈ ਉੱਥੇ ਬਹੁਤਿਆਂ ਵਾਸਤੇ ਹੁੰਦਾ ਹੈ। ਜਾਣੈ ਬਿਰਥਾ ਜੀ ਕੀ, ਜਿਹੜੇ ਗੁਰੂ ਅਮਰਦਾਸ ਪਾਤਸ਼ਾਹ ਸਾਰਿਆਂ ਜੀਵਾਂ ਦੀ ਵਿਥਾ ਨੂੰ, ਪੀੜਾ ਨੂੰ ਜਾਣਦੇ ਹਨ। ਜਾਣੀ ਹੂੰ ਜਾਣੋ, ਜਾਣੀ ਜਾਣੀ ਨੇ, ਅੰਦਰ ਨੂੰ ਜਾਣਦੇ ਹਨ। ਕਿਆ ਸਾਲਾਹੀ ਸੱਚੇ ਪਾਤਸ਼ਾਹ ਜਾ ਤੂੰ ਸੁਗੜ ਸੁਜਾਨ। ਸਲਾਹੀ ਬਿੰਦੀ ਨਾਲ ਉਚਾਰਨ ਪਿਆ। ਮੈਂ ਕੀ ਸਿਫਤ ਸਲਾਹ ਕਰਾਂ, ਮੈਂ ਕੀ ਸਲਾਹਾਂ, ਕਿਆ ਸਲਾਹੀ, ਮੈਂ ਕੀ ਸਲਾਹਾਂ, ਕੀ ਸਿਫਤ ਕਰਾਂ ਸੱਚੇ ਪਾਤਸ਼ਾਹ। हे ਸਤਿਗੁਰੂ, ਤੁਸੀਂ ਸਦੀਵ ਰਹਿਣ ਵਾਲੇ ਪਾਤਸ਼ਾਹ ਹੋ। ਜਾ ਤੂੰ ਸੁਗੜ ਸੁਜਾਨ, ਸੱਚੇ ਪਾਤਸ਼ਾਹ ਸੰਬੋਧਨ ਹੈਗਾ, ਤਾਂ ਹੀ ਪਾਤਸ਼ਾਹ ਦੇ ਹਾਹੇ ਨੂੰ ਔਕੜ ਨਹੀਂ ਆਈ। हे ਸੱਚੇ ਪਾਤਸ਼ਾਹ, ਮੈਂ ਤੁਹਾਡੀ ਕੀ ਸਿਫਤ ਸਲਾਹ ਕਰਾਂ। ਜਾਂ ਤੂੰ ਸੁਗੜ ਸੁਜਾਨ, ਤੁਸੀਂ ਆਪ ਹੀ ਸੁਗੜ ਹੋ। ਸੁਗੜ ਹੋ, ਸੁਗੜ ਮੈਨੇ ਤੁਸੀਂ ਗੰਭੀਰ ਸੰਜੀਦੇ ਹੋ, ਸਿਆਣੇ ਹੋ। ਸੁਜਾਨ ਮੈਨੇ ਅੰਦਰ ਦੀ ਜਾਣਨ ਵਾਲੇ ਹੋ। ਯਾਦ ਰੱਖਿਓ, ਇਹ ਸੁਘੜ ਲਫ਼ਜ਼ ਨਹੀਂ ਹੈ ਕਿ ਚੰਗੀ ਘਾੜਤ ਵਾਲਾ, ਇਦਾਂ ਨਹੀਂ ਹੈ। ਕਿਉਂਕਿ ਜੇ ਚੰਗੀ ਘਾੜਤ ਕਹੀਏ, ਘੜਨਾ ਲਫ਼ਜ਼ ਜਿਹੜਾ ਹੈ, ਘੜਨਾ ਕਿਰਿਆ ਹੁੰਦੀ ਹੈ, ਤੇ ਕਿਰਿਆ ਦੇ ਅਖੀਰ ਦੇ ਉੱਪਰ ਕਦੀ ਔਂਕੜ ਨਹੀਂ ਆਉਂਦੀ ਇੱਕ ਵਚਨ ਪੁਲਿੰਗ ਵਾਸਤੇ। ਤੇ ਦੂਜਾ, ਕਿਰਿਆ ਜਿਹੜੀ ਹੈ ਘੜਨਾ, ਘਾੜਤ ਘੜਨੀ, ਉਹ ਇੱਕ ਇਸਤਰੀਲਿੰਗ ਸ਼ਬਦ ਹੈ, ਤਾਂ ਵੀ ਔਂਕੜ ਨਹੀਂ ਆਏਗੀ। ਇੱਥੇ ਅਸਲ 'ਚ ਸੁਘੜ ਲਫ਼ਜ਼ ਹੈ ਜਿਹੜਾ ਪੰਜਾਬ ਦੇ ਵਿੱਚ ਪਿੰਡਾਂ 'ਚ ਅਕਸਰ ਵਰਤਿਆ ਜਾਂਦਾ ਹੈ। ਸੁਘੜ, ਉਹ ਸੁਘੜ ਆਦਮੀ ਹੈ, ਉਹ ਸੁਘੜ ਔਰਤ ਹੈ। ਸੁਘੜ ਮੈਨੇ ਸੰਜੀਦਾ, ਸੁਘੜ ਨੂੰ ਸੰਜੀਦਾ ਕਹਿ ਲਓ ਜਾਂ ਭੱਦਰ ਕਹਿ ਲਓ, ਹਿੰਦੀ 'ਚ ਭੱਦਰ ਕਹਿ ਲਓ ਜਾਂ ਪੰਜਾਬੀ 'ਚ ਸੰਜੀਦਾ ਕਹਿ ਲਓ, ਉਹ ਅਰਥ ਜ਼ਿਆਦਾ ਢੁਕਦੇ ਹਨ। ਇਹ ਅਸਲ 'ਚ ਇੱਕ ਆਪਣੇ ਆਪ 'ਚ ਵਿਸ਼ੇਸ਼ਣ ਹੈਗਾ। ਇਹ ਸੁਘੜ ਚੰਗੀ ਘਾੜਤ ਵਾਲਾ, ਕਿਰਿਆ ਵਾਲਾ ਲਫ਼ਜ਼ ਨਹੀਂ ਹੈਗਾ ਵੀ ਘਾੜਤ ਵਾਲੀ, ਚੰਗੀ ਘਾੜਤ ਵਾਲਾ, ਇਹ ਉਹ ਵਾਲਾ ਲਫ਼ਜ਼ ਨਹੀਂ ਹੈ। ਸੁਘੜ ਲਫ਼ਜ਼ ਹੈ। ਸੁਘੜ ਆਪਣੇ ਆਪ 'ਚ ਇੱਕ ਸੰਪੂਰਨ ਸ਼ਬਦ ਹੈ ਵਿਸ਼ੇਸ਼ਣ ਰੂਪ 'ਚ। ਸੁਘੜ ਮੈਨੇ ਸੰਜੀਦਾ, ਕਿਆ ਸਾਲਾਹੀ ਸੱਚੇ ਪਾਤਸ਼ਾਹ ਜਾ ਤੂੰ ਸੁਘੜ ਸੁਜਾਨ। ਤੁਸੀਂ ਸੁਘੜ ਹੋ, ਸੁਜਾਨ ਸਿਆਣੇ ਹੋ, ਦਾਨੇ ਹੋ, ਅੰਦਰ ਦੀ ਜਾਣਨ ਵਾਲੇ ਹੋ। ਦਾਨ ਜੇ ਸਤਿਗੁਰੂ ਭਾਵ ਸੀ ਸੋ ਸੱਤੇ ਦਾਨ। ਦਾਨ ਜੇ ਜੱਜੇ ਨੂੰ ਸਿਆਰੀ ਨਾਲ, ਜੇ ਸਤਿਗੁਰੂ ਭਾਵ ਸੀ ਸੋ ਸੱਤੇ ਦਾਨ। ਇੱਥੇ ਹੁਣ ਸੱਤਾ ਜੀ ਦਾ ਨਾਮ ਆ ਗਿਆ, ਭਾਈ ਸੱਤਾ ਜੀ ਦਾ। ਮੈਨੂੰ ਸੱਤੇ ਨੂੰ ਉਹੀ ਦਾਨ ਚੰਗਾ ਹੈ। ਦਾਨ ਮੈਨੇ ਦਾਨ, ਬਖਸ਼ਿਸ਼, ਮੈਨੂੰ ਉਹੀ ਦਾਨ ਚੰਗਾ ਹੈ, ਉਹੀ ਬਖਸ਼ਿਸ਼ ਚੰਗੀ ਹੈ ਜੋ ਮੇਰੇ ਗੁਰੂ ਨੂੰ ਪਾਉਂਦਾ ਦਾਨ 'ਚ ਦੇ ਦੇ। ਜੋ ਮੇਰਾ ਗੁਰੂ ਮੈਨੂੰ ਦਾਨ 'ਚ ਦੇਣਾ ਚਾਹੁੰਦਾ ਹੈ, ਮੈਨੂੰ ਉਹੀ ਦਾਨ ਚੰਗਾ ਲੱਗਦਾ ਹੈ। ਜਿਹਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਆਪੇ ਜਾਣੇ ਆਪੇ ਦੇ। ਉਹ ਆਪ ਹੀ ਜਾਣਦਾ ਮੈਨੂੰ ਕੀ ਚਾਹੀਦਾ ਤੇ ਆਪ ਹੀ ਦੇ ਦਿੰਦਾ ਹੈ। ਆਪੇ ਜਾਣੇ ਆਪੇ ਦੇ, ਮੰਗਣਾ ਨਹੀਂ ਪੈਂਦਾ ਵੀ ਕੀ ਚਾਹੀਦਾ, ਉਹ ਆਪ ਹੀ ਜਾਣਦਾ, ਆਪ ਹੀ ਦੇ ਦਿੰਦਾ। ਉਹਨੂੰ ਪਤਾ ਮੈਨੂੰ ਕੀ ਚਾਹੀਦਾ। ਕੁਝ ਇਸ ਤਰ੍ਹਾਂ ਵੀ ਰੱਬ ਦੀ ਸਿਫਤ ਕਰਦੇ ਨੇ, ਆਪੇ ਜਾਣੇ ਆਪੇ ਦੇ, ਆਖੈ ਸੇ ਭੇ ਕਹੀ ਕੇ। ਕੁਝ ਇਸ ਤਰ੍ਹਾਂ ਵੀ ਆਖਦੇ ਨੇ, ਉਹ ਆਪ ਹੀ ਜਾਣਦਾ, ਆਪ ਹੀ ਦੇ ਦਿੰਦਾ। ਇੱਥੇ ਭਾਈ ਸੱਤਾ ਜੀ ਵੀ ਗੱਲ ਕਹਿ ਰਹੇ ਨੇ ਕਿ ਲੱਗੇ ਜਿਹੜਾ ਦਾਨ ਗੁਰੂ ਨੂੰ ਚੰਗਾ ਲੱਗੇਗਾ ਨਾ, ਵੀ ਆਹ ਚੰਗਾ ਮੈਂ ਦੇ ਦਿਆਂ ਨੂੰ, ਮੈਨੂੰ ਤਾਂ ਉਹੀ ਚੰਗਾ ਲੱਗਦਾ ਹੈ। ਦਾਨ ਜੇ ਸਤਿਗੁਰੂ ਭਾਵ ਸੀ, ਉਹ ਦਾਨ ਜਿਹੜਾ ਗੁਰੂ ਨੂੰ ਪਾਉਂਦਾ ਹੈ ਨਾ, ਸੋ ਸੱਤੇ ਦਾਨ, ਮੈਨੂੰ ਸੱਤੇ ਲਈ ਉਹੀ ਦਾਨ ਚੰਗਾ ਹੈ, ਉਹੀ ਬਖਸ਼ਿਸ਼ ਚੰਗੀ ਜਿਹੜਾ ਗੁਰੂ ਦੇ ਦੇਵੇ। ਨਾਨਕ ਹੰਦਾ ਛਤਰ ਸਿਰ ਉਮਤ ਹੈਰਾਨ। ਨਾਨਕ ਹੰਦਾ ਮੈਨੇ ਦਾ, ਇਹ ਸੰਦਾ ਦਾ ਹੰਦਾ ਲਫ਼ਜ਼ ਬਣਿਆ ਹੋਇਆ ਤੇ ਬਹੁਤ ਥਾਵਾਂ ਤੇ ਗੁਰਬਾਣੀ 'ਚ, ਖਾਸ ਕਰ ਜਿੱਥੇ ਦੱਖਣੀ ਬੋਲੀ ਦੇ ਸ਼ਬਦ ਨੇ, ਉੱਥੇ ਸ ਦੀ ਜਗ੍ਹਾ ਹ ਵਰਤਿਆ ਸ਼ਬਦ ਹੁੰਦਾ ਵੈ। ਨਾਨਕ ਹੰਦਾ ਛਤਰ ਸਿਰ, ਭਾਵ ਨਾਨਕ ਦਾ ਛਤਰ ਸਿਰ ਉੱਪਰ। हे ਗੁਰੂ ਅਮਰਦਾਸ ਪਾਤਸ਼ਾਹ ਜੀ, ਤੁਹਾਡੇ ਸਿਰ ਉੱਪਰ, ਭਾਵ ਗੁਰੂ ਅਮਰਦਾਸ ਸਾਹਿਬ ਜੀ ਦੇ ਸਿਰ ਉੱਪਰ ਗੁਰੂ ਨਾਨਕ ਵਾਲਾ ਛਤਰ ਦੇਖ ਕੇ ਸੰਗਤ ਅਚਰਜ ਹੋ ਰਹੀ ਹੈ। ਉਮਤ ਹੈਰਾਨ, ਉਮਤ ਮੈਨੇ ਸੰਗਤ ਹੈਰਾਨ ਹੋ ਰਹੀ ਹੈ
ਕਿ ਗੁਰੂ ਅਮਰਦਾਸ ਪਾਤਸ਼ਾਹ ਦੇ ਸੀਸ ਤੇ ਗੁਰੂ ਨਾਨਕ ਵਾਲਾ ਹੀ ਛਤਰ, ਸ਼ੋਭਾ ਵਾਲਾ ਛਤਰ ਝੂਲ ਰਿਹਾ ਹੈ। ਭਾਵ ਗੁਰੂ ਨਾਨਕ ਵਾਂਗੂ ਹੀ ਗੁਰੂ ਅਮਰਦਾਸ ਪਾਤਸ਼ਾਹ ਦੀ ਸ਼ੋਭਾ ਪੂਰੇ ਜਗਤ ਦੇ ਵਿੱਚ ਫੈਲੀ ਹੋਈ ਹੈ ਤੇ ਸਾਧ ਸੰਗਤ ਜਿਹੜੀ ਦੇਖ ਦੇਖ ਕੇ ਅਦਭੁਤ ਅਚਰਜ ਨਾਲ ਭਰ ਰਹੀ ਹੈ, ਅਚਰਜ ਹੋ ਰਹੀ ਹੈ। ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ, ਪਿਉ ਦਾਦੇ ਜੀਵਿਆ ਪੋਤਰਾ ਪ੍ਰਵਾਨ। ਉਹੀ ਮੱਥੇ ਦਾ ਨੂਰ ਹੈ, ਉਹੀ ਤਖਤ ਹੈ, ਉਹੀ ਦਰਬਾਰ ਹੈ, ਜਿਹੜਾ ਨੂਰ ਤਖਤ ਤੇ ਦਰਬਾਰ ਗੁਰੂ ਨਾਨਕ ਪਾਤਸ਼ਾਹ ਦਾਦੇ ਦਾ ਤੇ ਗੁਰੂ ਅੰਗਦ ਦੇਵ ਪਾਤਸ਼ਾਹ ਪਿਤਾ ਦਾ ਸੀ। ਪੋਤਰਾ ਪ੍ਰਵਾਨ, ਹੁਣ ਪੋਤਰਾ ਵੀ ਪ੍ਰਵਾਨ ਹੈ, ਕਿਉਂਕਿ ਪੋਤਰੇ ਦੇ ਸਿਰ ਤੇ ਵੀ ਉਹੀ ਛਤਰ, ਉਹੀ ਮੱਥੇ ਦਾ ਨੂਰ, ਉਹੀ ਤਖਤ ਤੇ ਉਹੀ ਦਰਬਾਰ ਹੈ। ਪਿਉ ਦਾਦੇ ਜੀਵਿਆ ਪੋਤਰਾ ਪ੍ਰਵਾਨ। ਇਸੇ ਤਰ੍ਹਾਂ ਦਾਦੇ ਤੇ ਪਿਤਾ, ਦਾਦੇ ਗੁਰੂ ਨਾਨਕ ਦੇਵ ਪਾਤਸ਼ਾਹ, ਪਿਤਾ ਗੁਰੂ ਅੰਗਦ ਦੇਵ ਪਾਤਸ਼ਾਹ ਦਾ ਜਿਵੇਂ ਉਹ ਪ੍ਰਵਾਨ ਹੋਏ, ਉਦਾਂ ਹੀ ਪੋਤਰਾ ਪ੍ਰਵਾਨ। ਹੁਣ ਪੋਤਰਾ ਗੁਰੂ ਅਮਰਦਾਸ ਪਾਤਸ਼ਾਹ ਵੀ ਪ੍ਰਵਾਨ ਹੋ ਗਏ, ਮੰਨੇ ਪ੍ਰਮੰਨੇ ਹੋ ਗਏ, ਭਾਵ ਮਾਲਿਕ ਦੇ ਦਰ ਤੇ ਕਬੂਲ ਹੋ ਗਏ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਭੁੱਲਾਂ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।